ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ। ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਕਿਰਪਾਲ ਜੀ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼ੀਹੇ ਕੀ ਇਕ ਸੁਤਾ ਥੀ ਕਰਨ ਲਗਿਓ ਤਿਸ ਬਿਆਹ। ਅਸਨ ਕਰਾਇਓ ਅਨਿਕ ਬਿਦ ਨਿਕਟ ਰਹੇ ਦਿਨ ਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਨੇਤਾ ਪ੍ਰਤੀ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ।
ਗਰੀਬ ਨਵਾਜ ਜੀ ਦੀ ਸ਼ਰਨ ਵਿੱਚ ਭਾਈ ਸਿੰਘਾਂ ਤੇ ਭਾਈ ਗੱਜਣ ਇਹ ਦੋਵੇਂ ਭਰਾ ਗੁਰੂ ਕੇ ਸਿੱਖ ਮਹਾਰਾਜ ਜੀ ਦੀ ਸ਼ਰਨ ਚ ਆਏ ਨੇ। ਆ ਕੇ ਉਪਦੇਸ਼ ਦੀ ਮੰਗ ਕੀਤੀ। ਮਹਾਰਾਜ ਸਾਨੂੰ ਧਰਮ ਅਰਥ ਕਾਮ ਮੋਖ ਚਾਰੇ ਪਦਾਰਥਾਂ ਦੀ ਦਾਤ ਪ੍ਰਾਪਤ ਹੋਵੇ, ਐਸੀ ਕਿਰਪਾ ਕਰੋ। ਸਤਿਗੁਰਾਂ ਨੇ ਬਚਨ ਕੀਤਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋ। ਇਸ ਨਾਮ ਦੇ ਅਭਿਆਸ ਵਿੱਚੋਂ ਚਾਰੇ ਪਦਾਰਥ ਪ੍ਰਾਪਤ ਹੋਣਗੇ। ਇਹਨਾਂ ਬੇਨਤੀ ਕੀਤੀ, ਵਾਹਿਗੁਰੂ ਪਦ ਦੇ ਆਪ ਜੀ ਕਿਰਪਾ ਕਰਕੇ ਅਰਥ ਸਰਵਣ ਕਰਾਓ। ਸਤਿਗੁਰੂ ਜੀ ਨੇ ਵਾਹਿਗੁਰੂ ਸ਼ਬਦ ਦੇ ਅਰਥ ਸਰਵਣ ਕਰਾਏ ਕਿ ਵਾਹੇ ਨਾਮ ਅਸਚਰਜ ਦਾ ਹੈ, ਗੋ ਨਾਮ ਹਨੇਰੇ ਦਾ ਹੈ, ਦਾ ਪ੍ਰਕਾਸ਼ ਕਰੇ, ਉਹਨੂੰ ਗੁਰੂ ਕਹਿੰਦੇ ਹਨ। ਜਿਤਨੇ ਵੀ ਪਰਮੇਸ਼ਰ ਦੇ ਨਾਮ ਨੇ ਸਭ ਤੋਂ ਬਲਿਆਰ ਜਾਈਏ, ਪਰ ਵਾਹਿਗੁਰੂ ਅੱਖਰ ਜਿਹੜੇ 4 ਅੱਖਰ ਹਨ, ਮਹਾਰਾਜ ਜੀ ਕਹਿੰਦੇ ਦੁਨੀਆ ਦੇ ਜਿਤਨੇ ਵੀ ਪਰਮੇਸ਼ਰ ਦੇ ਨਾਮ ਹਨ ਉਹਨਾਂ ਤੋਂ ਸ੍ਰੇਸ਼ਟ ਹੈ, ਸਰਬੋਤਮ ਹੈ, ਕਿਉਂਕਿ ਇੱਕੋ ਦੇ ਜਾਪ ਚੋਂ 4 ਜਾਪਾਂ ਦਾ ਫਲ ਪ੍ਰਾਪਤ ਹੋ ਜਾਂਦਾ। ਭਾਈ ਸਿੰਘਾਂ ਤੇ ਭਾਈ ਗੱਜਣ ਜੀ ਨੇ ਗੁਰਦੇਵ ਦੇ ਬਚਨ ਸੁਣੇ, ਫਿਰ ਮੰਨੇ ਤੇ ਉਹਦਾ ਨਿਧਿਆਸਣ ਕੀਤਾ, ਕਿਉਂਕਿ ਸੁਣ ਲੈਣਾ ਕਾਫੀ ਨਹੀਂ ਹੁੰਦਾ, ਸੁਣਨ ਤੋਂ ਬਾਅਦ ਮੰਨਣਾ ਹੈ। ਮੰਨਣ ਤੋਂ ਬਾਅਦ ਫਿਰ ਉਹਦੀ ਨਿਧਿਆਸਣ ਕਰਕੇ ਕਮਾਈ ਹੈ, ਕਮਾਈ ਤੋਂ ਬਾਅਦ ਫਿਰ ਸਾਖਸ਼ਾਤਕਾਰ ਹੈ। ਜਦੋਂ ਆਪ ਜੀ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹੋ, ਸੁਣਦੇ ਹੋ, 4 ਪੌੜੀਆਂ ਸੁਣਨ ਦੀਆਂ ਹਨ, ਫਿਰ 4 ਮੰਨਣ ਦੀਆਂ ਹਨ, ਫਿਰ 5 ਪ੍ਰਵਾਨ 5 ਪ੍ਰਧਾਨ, ਇਹ ਨਿਧਿਆਸਣ ਦੀ ਹੈ, ਕਮਾਈ ਕਰਨ ਦੀ ਹੈ। ਤੇ ਫਿਰ ਮਹਾਰਾਜ ਜੀ ਕਹਿੰਦੇ ਤੂੰ ਸਦਾ ਸਲਾਮਤ ਨਿਰਕਾਰੇ ਸਾਖਸ਼ਾਤਕਾਰ ਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਨਗਰ ਚ ਗਏ ਨੇ। ਸਤਿਗੁਰਾਂ ਦਾ ਅਭਿਆਸ ਤੇ ਨਾਮ ਦੀ ਕਮਾਈ ਕਰਨੀ। ਭਾਈ ਸਿੰਘਾਂ ਤੇ ਭਾਈ ਗੱਜਣ ਜੀ ਦਿਨੇ ਧਰਮ ਦੀ ਕਿਰਤ ਕਰਦੇ ਨੇ। ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ, ਇਉਂ ਸਵਾਸ ਸਵਾਸ ਚਿੰਤਨ ਕਰਨ ਲੱਗੇ ਨੇ। ਇਹ ਅਭਿਆਸ ਹੈ ਗੁਰੂ ਖਾਲਸਾ ਜੀ। ਪਹਿਲਾਂ ਅਭਿਆਸ ਕਰਦਿਆਂ ਕਰਦਿਆਂ ਜਦੋਂ ਆਪ ਜੀ ਕੁਝ ਸਮੇਂ ਲਈ ਬੈਠੋ ਤੇ ਸਵਾਸ ਅੰਦਰ ਜਾਵੇ ਤਾਂ ਵਾਹੇ, ਬਾਹਰ ਆਵੇ ਤਾਂ ਗੁਰੂ, ਇਦਾਂ ਸਵਾਸਾਂ ਨਾਲ ਜਦੋਂ ਮਿਲਤ ਕਰਕੇ ਵਾਹਿਗੁਰੂ ਸ਼ਬਦ ਨੂੰ ਉਚਾਰਾਂਗੇ, ਫਿਰ ਤੁਸੀਂ ਭਾਵੇਂ ਸੁੱਤੇ ਪਏ ਹੋਵੋ, ਸਵਾਸਾਂ ਦੀ ਪ੍ਰਕਿਰਿਆ ਨਾਲ ਪਰਮੇਸ਼ਰ ਦੇ ਨਾਮ ਦਾ ਜਪ ਸੁੱਤੇ ਪਿਆਂ ਵੀ ਹੁੰਦਿਆਂ ਚਲਿਆ ਜਾਂਦਾ। ਜਦੋਂ ਇਹ ਅਭਿਆਸ ਪੱਕ ਜਾਂਦਾ, ਫਿਰ ਕੋਈ ਦਮ ਕੋਈ ਸਾਹ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਿਰਾਰਥ ਨਹੀਂ ਜਾਂਦਾ। ਪਾਤਸ਼ਾਹ ਦੇ ਬਚਨ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇਉਂ ਗੁਰਮੁਖ ਫਿਰ ਆਪਣਾ ਕੋਈ ਵੀ ਸਵਾਸ ਵਿਅਰਥ ਨਹੀਂ ਜਾਣ ਦਿੰਦੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ੀਹੇ ਕੀ ਇੱਕ ਸੁਤਾ ਥੀ, ਕਰਨ ਲੱਗਿਓ ਤਿਸ ਵਿਆਹ। ਭਾਈ ਸਿੰਘੇ ਦੀ ਇੱਕ ਸਪੁੱਤਰੀ ਸੀ। ਭਾਈ ਸਿੰਘਾਂ ਤੇ ਗੱਜਣ ਦੋਵੇਂ ਭਰਾ ਨੇ। ਭਾਈ ਸਿੰਘੇ ਦੀ ਲੜਕੀ ਸੀ, ਜਵਾਨ ਹੋਈ ਤੇ ਉਹਦੇ ਵਿਆਹ ਦੀ ਤਰੀਕ ਰੱਖ ਦਿੱਤੀ। ਉਧਰੋਂ ਬਰਾਤ ਦੇ ਆਉਣ ਦਾ ਸਮਾਂ ਸੀ ਨੇੜੇ, ਤੋਂ ਵਿਆਹ ਦੀ ਤਿਥ ਜਿਹੜੀ ਸੀ ਉਹ ਨੇੜੇ ਹੈ।
ਅਸਨ ਕਰਾਇਓ ਅਨਕ ਬਿਦ ਨਿਕਟ ਰਹੇ ਦਿਨ ਤੇ ਤਾਹੇ। ਵਿਆਹ ਵਾਲੇ ਦਿਨ ਬਰਾਤ ਨੇ ਆਉਣਾ, ਦੇਤਿਆਂ ਪਤੇਤਿਆਂ ਨੇ ਆਉਣਾ, ਉਹਨਾਂ ਵਾਸਤੇ ਪਕਵਾਨ ਮਠਿਆਈਆਂ ਆਦਿਕ ਉਹ ਭਾਈ ਸਿੰਘੇ ਨੇ ਕਈ ਦਿਨ ਪਹਿਲਾਂ ਹਲਵਾਈ ਬਿਠਾ ਦਿੱਤੇ ਤੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਅਕਸਰ ਇਹੀ ਰਵਾਇਤ ਹੁੰਦੀ ਸੀ ਤੇ ਜਦੋਂ ਵਿਆਹ ਸ਼ਾਦੀਆਂ ਹੋਣੀਆਂ ਪਿੰਡਾਂ 'ਚ ਕਈ ਦਿਨ ਪਹਿਲਾਂ ਹਲਵਾਈ ਬਹਿ ਜਾਂਦੇ ਸਨ। ਦੁੱਧ ਇਕੱਠਾ ਕਰਨਾ ਲੋਕਾਂ ਦੇ ਘਰਾਂ 'ਚੋਂ ਨਗਰਾਂ 'ਚੋਂ, ਉਹਦੀਆਂ ਫਿਰ ਮਠਿਆਈਆਂ ਬਣਨੀਆਂ, ਪਕਵਾਨ ਤਿਆਰ ਹੋਣੇ। 5-5 4-4 ਦਿਨ ਹਲਵਾਈ ਨੇ ਬੈਠਿਆਂ ਮਠਿਆਈਆਂ ਕੱਢੀ ਜਾਣੀਆਂ। ਹੁਣ ਅੱਜ ਕੱਲ ਤਾਂ ਰਾਤ ਨੂੰ ਤੁਸੀਂ ਆਰਡਰ ਕਰੋ ਵੀ ਸਵੇਰੇ 5 ਕੁਆਂਟਲ ਪਨੀਰ ਚਾਹੀਦਾ ਹੈ, ਉਸ ਡੈਰੀ ਤੇ ਨਾ ਕੋਈ ਤੁਹਾਨੂੰ ਦੁੱਧ ਹੀ ਆਉਂਦਾ ਦਿਸਣਾ, ਨਾ ਕੋਈ ਉਹਨੇ ਮੱਝਾਂ ਗਾਵਾਂ ਬੱਝੀਆਂ ਕਿਤੇ ਤੁਹਾਨੂੰ ਦਿਸਣੀਆਂ। ਖਬਰੇ ਰਾਤੋਂ ਰਾਤ ਕਿੱਥੋਂ ਸਵੇਰ ਤੱਕ 5 ਕੁਆਂਟਲ ਘਿਓ ਲੈ ਲਓ, ਚਾਹੇ 5 ਕੁਆਂਟਲ ਪਨੀਰ ਲੈ ਲਓ, ਸਭ ਕੁਝ ਹਾਜ਼ਰ ਹੀ ਹੁੰਦਾ। ਕਿਵੇਂ ਆਉਂਦਾ, ਕਿੱਥੋਂ ਆਉਂਦਾ, ਇਹ ਤਾਂ ਪਰਮੇਸ਼ਰ ਜਾਣੇ। ਪਰ ਪਹਿਲੇ ਸਮਿਆਂ ਵਿੱਚ ਇੱਥੇ ਬੈਠੇ ਹੋ ਆਪ ਜੀ, ਪੁਰਾਣੇ ਸਮਿਆਂ ਵਿੱਚ ਵੇਖਿਆ ਹੈ ਕਿ ਜਦੋਂ ਹਲਵਾਈਆਂ ਨੇ ਬਹਿਣਾ, ਉਹਨਾਂ ਨੇ ਪਹਿਲਾਂ ਪਿੰਡਾਂ 'ਚ ਕਈ ਦਿਨ ਦੁੱਧ ਹੀ ਇਕੱਠਾ ਕਰਨਾ, ਉਹਦਾ ਮਾਵਾ ਤਿਆਰ ਕਰਨਾ, ਖੋਆ ਬਣਾਉਣਾ, ਪਨੀਰ ਬਣਾਉਣਾ, ਫਿਰ ਉਹਦੇ ਅੱਗੇ ਪਕਵਾਨ ਬਣਦੇ ਸੀ। ਤੋ ਭਾਈ ਸਿੰਘੇ ਦੀ ਲੜਕੀ ਦੀ ਸ਼ਾਦੀ ਸੀ। ਇਹਨਾਂ ਨੇ ਕੁਝ ਬਰਾਤ ਦੀ ਸੇਵਾ ਟਹਿਲ ਵਾਸਤੇ ਕੁਝ ਪਕਵਾਨ ਜਿਹੜੇ ਸਨ ਉਹ ਪਹਿਲਾਂ ਹੀ ਬਣਵਾ ਕੇ ਰੱਖਣੇ ਸ਼ੁਰੂ ਕੀਤੇ। ਜੋ ਪਈ ਮధుਰ ਸਨਿਗਧ ਕਰਾਏ ਆਹਾਰਾ। ਮਦਰ ਕਹਿੰਦੇ ਨੇ ਮਿੱਠੇ ਪਕਵਾਨ ਬਣਾਏ, ਸਨਿਗਧ ਕਹਿੰਦੇ ਨੇ ਜਿਨ੍ਹਾਂ 'ਚ ਘਿਓ ਆਦਿਕ ਪਾ ਕੇ ਪਕਵਾਨ ਬਣਾਏ ਜਾਂਦੇ ਹਨ, ਉਹ ਪਕਵਾਨ ਬਣਾ ਕੇ ਰੱਖੇ ਹਨ। ਰਾਖਿਓ ਬੋਤੇ ਆਗਾਰ ਮਜਾਰਾ। ਇੱਕ ਕਮਰੇ ਦੇ ਵਿੱਚ ਵੱਡਿਆਂ ਭਾਂਡਿਆਂ 'ਚ, ਟੋਕਰਿਆਂ ਵਿੱਚ ਉਹ ਪਕਵਾਨ ਮਠਿਆਈਆਂ ਪਾ ਕੇ ਭਾਈ ਸਿੰਘੇ ਨੇ ਕੋਠੇ ਦੇ ਵਿੱਚ ਰੱਖ ਲਏ। ਸਿੱਖ ਗੁਰੂ ਕੇ ਦਰਸ਼ਨ ਜਾਏ। ਪਕਵਾਨ ਬਣ ਕੇ ਤਿਆਰ ਹੋ ਗਏ ਤੇ ਬਰਾਤ ਦੇ ਆਉਣ ਦਾ ਸਮਾਂ ਉਹ ਵੀ ਨੇੜੇ ਆ ਗਿਆ। ਉਧਰੋਂ ਕੀ ਹੋਇਆ ਵੀ ਕੁਝ ਸੰਗਤਾਂ, ਕੁਝ ਗੁਰਸਿੱਖ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਹਨ। ਕਰ ਸ਼ੀਹੇ ਕੇ ਉਤਰੇ ਆਏ। ਉਹ ਸੰਗਤ, ਹੁਣ ਬਹੁਤ ਸੰਗਤ ਸੀ, ਬਹੁਤ ਸਾਰੇ ਸਿੱਖ ਸਨ। ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਨਗਰ 'ਚ ਭਾਈ ਸਿੰਘੇ ਦਾ ਘਰ ਹੈ ਤੇ ਵੀ ਰਾਤ ਇੱਥੇ ਬਤੀਤ ਕਰ ਲੈਨੇ। ਸੰਗਤ ਨੇ ਭਾਈ ਸਿੰਘੇ ਦੇ ਘਰ ਵਿੱਚ ਰਾਤ ਬਤੀਤ ਕਰਨ ਵਾਸਤੇ ਟਿਕਾਣਾ ਕੀਤਾ। ਹਿਤ ਬਰਾਤ ਕੇ ਜੋ ਪਕਵਾਨੇ। ਹੁਣ ਘਰ 'ਚ ਸੰਗਤ ਆਈ ਹੈ ਤੇ ਉਹਨਾਂ ਦੇ ਭੋਜਨ ਦਾ ਪ੍ਰਬੰਧ ਅਚਾਨਕ ਕਰਨਾ। ਅਨੇਕਾਂ ਸੰਗਤ ਵਿੱਚ ਬਹੁਤ ਗਿਣਤੀ ਦੀ ਸੰਗਤ ਆ ਗਈ। ਭਾਈ ਸਿੰਘੇ ਨੇ ਕੀ ਕੀਤਾ ਵੀ ਜਿਹੜੀ ਬਰਾਤ ਵਾਸਤੇ ਮਠਿਆਈ ਪਕਵਾਨ ਬਣਾਏ ਸੀ ਨਾ, ਉਹਨਾਂ ਆਖਿਆ ਬਰਾਤ ਤੇ ਹਲੇ 2 ਦਿਨਾਂ ਨੂੰ ਆਉਣੀ ਹੈ, ਗੁਰੂ ਕੀ ਸੰਗਤ ਅੱਜ ਆਈ ਬੈਠੀ ਹੈ, 2 ਦਿਨਾਂ ਬਾਅਦ ਖਬਰੇ ਕੀ ਹੋਣਾ ਕੀ ਨਹੀਂ ਹੋਣਾ। ਅੱਜ ਭਲਾ ਕਰਮ ਕਰਨ ਦਾ, ਪੁੰਨ ਕਰਮ ਕਰਨ ਦਾ ਮਹਾਰਾਜ ਜੀ ਨੇ ਸੁਭਾਗ ਦਿੱਤਾ ਤੇ ਕਿਉਂ ਗਵਾਈਏ। ਉਹ ਜਿੰਨੀ ਮਠਿਆਈ ਸੀ ਘਰ ਦੇ ਵਿੱਚ ਰੱਖੀ ਪਕਵਾਨ ਸਨ, ਉਹ ਸਾਰੀਆਂ ਮਠਿਆਈਆਂ ਪਕਵਾਨ ਕੋਠੇ ਚੋਂ ਕਢਾ ਕੇ ਉਹ ਸੰਗਤ ਵਿੱਚ ਵਰਤਾ ਦਿੱਤੀਆਂ। ਸ਼ੀਹੇ ਦੀਨੀ ਸੋ ਤਿਨ ਖਾਨੇ। ਹੁਣ ਸੰਗਤ ਨੂੰ ਕਿਆ ਪਤਾ ਵੀ ਕੀ ਖੇਡ ਹੈ। ਸੰਗਤ ਨੂੰ ਜਿਵੇਂ ਭਾਈ ਸਿੰਘੇ ਨੇ ਵਰਤਾਇਆ, ਜੋ ਮਠਿਆਈ ਜੋ ਪਕਵਾਨ ਮਿਲੇ ਸਾਰੀ ਸੰਗਤ ਨੇ ਛਕ ਲਏ। ਸੰਗਤ ਬਹੁਤ ਸਦਨ ਮੈਂ ਜੋ। ਤੇ ਸੰਗਤ ਬਹੁਤ ਜ਼ਿਆਦਾ ਸੀ, ਇੱਕਦਮ ਇਕੱਤਰ ਹੋ ਗਈ ਘਰ ਵਿੱਚ। ਸਭ ਪਕਵਾਨ ਖਾਏਗੇ ਸੋ। ਜਿਹੜੇ ਆਂਢ ਗੁਆਂਢ ਦੇ ਲੋਕ ਸੀ ਉਹ ਵੀ ਆ ਪਹੁੰਚੇ ਉੱਥੇ। ਹੁਣ ਕਿਸੇ ਨੂੰ ਮਨਾ ਥੋੜੀ ਕਰਨਾ ਸੀ, ਲੰਗਰ ਚੱਲਦਾ। ਸਾਰਿਆਂ ਨੂੰ ਕਹਿੰਦੇ ਉਹ ਮਠਿਆਈਆਂ, ਪਕਵਾਨ, ਸ਼ੱਕਰ ਪਾਰੇ, ਲੱਡੂ ਬਣੇ, ਖੁਰਮੇ ਬਣੇ, ਉਹ ਸਾਰੇ ਵਰਤਾ ਦਿੱਤੇ। ਦੋਹਰਾ ਅਗਲੇ ਦਿਨ ਮੈਂ ਜੰਜ ਨੇ ਹੁਤੋ ਆਵਨੋ ਧਾਮ। ਅਗਲਾ ਦਿਨ ਚੜਿਆ, ਰਾਤ ਰਹਿ ਕੇ ਸੰਗਤ ਚਲੀ ਗਈ। ਹੁਣ ਇੱਕ ਦਿਨ ਦਾ ਵਿੱਚ ਸਮਾਂ, ਅਗਲੇ ਦਿਨ ਬਰਾਤ ਨੇ ਆਉਣਾ। ਇੱਕ ਦਿਨ ਵਿੱਚ ਹੁਣ ਦੁਬਾਰਾ ਪਕਵਾਨ ਥੋੜੀ ਬਣ ਸਕਦੇ ਸੀ, ਓਨੀਆਂ ਮਠਿਆਈਆਂ ਉਹ ਦੁਬਾਰਾ ਤਿਆਰ ਨਹੀਂ ਸਨ ਹੋ ਸਕਦੇ। ਨਾਲੇ ਜਿੰਨੀ ਮਾਇਆ ਸੀ ਕੋਲ ਉਹ ਵੀ ਖਰਚ ਬੈਠੇ ਸੀ ਭਾਈ ਸਿੰਘਾਂ ਜੀ।
ਕਹਿੰਦੇ ਅਗਲੇ ਦਿਨ ਬਰਾਤ ਦੇ ਆਉਣ ਦਾ ਸਮਾਂ ਹੋ ਗਿਆ। ਸੰਗਤ ਵੱਡ ਪੁਨ ਸਾਰ ਤੇ ਗਵਨੀ ਲੇ ਗੁਰ ਨਾਮ। ਸਤਿਗੁਰੂ ਜੀ ਦਾ ਨਾਮ ਜਪਦਿਆਂ ਸੰਗਤ ਤਾਂ ਚਲੀ ਗਈ, ਉੱਥੋਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਚੋਪਈ ਚਿੰਤ ਕਰੇ ਸ਼ੀਹੇ ਕੀ ਨਾਰ। ਉਧਰ ਦੁਪਹਿਰ ਤੋਂ ਬਾਅਦ ਬਰਾਤ ਦਾ ਢੁਕਾਓ ਹੋਣਾ ਸੀ। ਹੁਣ ਭਾਈ ਸਿੰਘੇ ਦੀ ਜਿਹੜੀ ਘਰ ਵਾਲੀ ਸੀ ਉਹ ਫਿਕਰ ਕਰੇ, ਉਹਦੇ ਮਨ 'ਚ ਸੁਭਾਵਕ ਹੈ, ਸੰਸਾਰੀ ਬੰਦੇ ਹਾਂ ਚਿੰਤਾ ਹੋਣੀ ਸੁਭਾਵਕ ਹੁੰਦੀ ਹੈ। ਭਾਈ ਸਿੰਘੇ ਦੀ ਘਰ ਵਾਲੀ ਦੇ ਮਨ ਦੇ ਵਿੱਚ ਚਿੰਤਾ ਚੱਲ ਰਹੀ ਹੈ। ਤਨਕ ਨਕੇਤ ਨ ਰਿਓ ਆਹਾਰ। ਕਹਿਣ ਲੱਗੀ ਵੀ ਕੋਠੇ ਦੇ ਵਿੱਚ ਜਾ ਕੇ ਵੇਖੋ ਪਤੀ ਦੇਵ ਜੀ, ਮਠਿਆਈਆਂ ਵਾਲੇ ਜਿਹੜੇ ਭਾਂਡੇ ਨੇ ਉਹ ਤਾਂ ਖਾਲੀ ਹੋਏ ਪਏ ਆ, ਵਿੱਚ ਕਿਤੇ ਥੋੜੀ ਥੋੜੀ ਮਠਿਆਈ ਪਈ ਹੈ। ਉਹ ਤਾਂ 5-7 ਬੰਦੇ 10 ਬੰਦੇ ਛਕ ਲੈਣਗੇ, ਬਰਾਤ ਤਾਂ ਵੱਧ ਆਉਣੀ ਹੈ। ਤੇ ਹੁਣ ਕੀ ਕਰੀਏ? ਹੁਣ ਇੱਕਦਮ ਪਕਵਾਨ ਕਿੱਥੋਂ ਲਿਆਈਏ? ਕਿਵੇਂ ਬਰਾਤ ਦੀ ਸੇਵਾ ਟਹਿਲ ਹੋਵੇਗੀ? ਆਵੇਂ ਅਬ ਬਰਾਤ ਕਿਆ ਖਾਈ। ਉਹ ਤਾਂ ਤੁਸੀਂ ਸਾਰੀ ਮਠਿਆਈ ਪਕਵਾਨ ਜਿਹੜੇ ਸਨ ਉਹ ਤਾਂ ਸੰਗਤ ਨੂੰ ਛਕਾ ਕੇ ਬਿਲੇ ਲਾ ਦਿੱਤੇ ਨੇ। ਹੁਣ ਜਿਹੜੀ ਬਰਾਤ ਆਉਣੀ ਆ, ਬਰਾਤ ਨੂੰ ਕੀ ਖਵਾਵਾਂਗੇ? ਬਰਾਤ ਨੂੰ ਕਿੱਥੋਂ ਚਕਾਵਾਂਗੇ? ਤੂਰਨ ਤਿਆਰ ਹੋਤ ਕਸ ਨਾਈ। ਹੁਣ ਏਡਾ ਟਾਈਮ ਵੀ ਕੋਈ ਨਹੀਂ ਵੀ ਜਿਹੜੀ ਦੁਬਾਰਾ ਤਿਆਰੀ ਕਰਾ ਲੈਣੀ ਹੈ। ਕਈ ਦਿਨ ਪਹਿਲਾਂ ਆਪਾਂ ਲੱਗੇ ਆ ਤਾਂ ਜਾ ਕੇ ਉਹ ਪਕਵਾਨ ਤਿਆਰ ਹੋਏ। ਹੁਣ ਮੌਕੇ ਤੇ ਕਿੱਥੋਂ ਦੁੱਧ ਆਵੇ, ਕਿੱਥੋਂ ਮਠਿਆਈਆਂ ਆਉਣ, ਕਿੱਥੋਂ? ਇਹਨ ਮੌਕੇ ਦੇ ਉੱਤੇ ਹੁਣ ਆਪਾਂ ਕੀ ਤਿਆਰ ਕਰ ਸਕਦੇ ਹਾਂ? ਕਿਸ ਪ੍ਰਕਾਰ ਲਾਜ ਰਹਿ ਆਵੇਂ। ਹੁਣ ਆਪਣੀ ਲਾਜ ਕਿਵੇਂ ਰਵੇਗੀ? ਆਪਣੀ ਪੱਤ ਕਿਵੇਂ ਰਹੇਗੀ? ਜੇ ਆਪਾਂ ਬਰਾਤ ਦੀ ਸੇਵਾ ਟਹਿਲ ਨਾ ਕਰ ਸਕੇ ਤਾਂ ਲੋਕਾਂ ਵਿੱਚ ਸਾਡੀ ਜਿਹੜੀ ਪੱਤ ਪ੍ਰਤਿਸ਼ਠਾ ਬਣੀ ਹੋਈ ਆ ਉਹ ਜਾਂਦੀ ਰਹੇਗੀ। ਸਾਡੀ ਕੀ ਇੱਜ਼ਤ ਰਹੇਗੀ ਲੋਕਾਂ 'ਚ ਵੀ ਇਹ ਬਰਾਤ ਦੀ ਸੇਵਾ ਵੀ ਨਹੀਂ ਕਰ ਸਕੇ? ਕਿਵੇਂ ਆਪਾਂ ਸਮਾਜ ਵਿੱਚ ਆਪਣਾ ਮੂੰਹ ਕੱਢਾਂਗੇ? ਸਗਰੇ ਜਗਤ ਨਿੰਦ ਪ੍ਰਗਟਾਵੇਂ। ਲੋਕਾਂ ਵਿੱਚ ਸਾਡੀ ਨਿੰਦਾ ਹੋਵੇਗੀ, ਸਨਮਾਨ ਦੀ ਬਜਾਏ ਅਪਮਾਨ ਹੋਵੇਗਾ। ਪਿਖ ਸਚਿੰਤ ਸ਼ੀਹੇ ਨਿਜ ਨਾਰੀ। ਭਾਈ ਸਿੰਘੇ ਨੇ ਜਦੋਂ ਆਪਣੀ ਘਰ ਵਾਲੀ ਨੂੰ ਫਿਕਰਮੰਦ ਵੇਖਿਆ ਕਿ ਭਾਗਵਾਨ ਚਿੰਤਾ ਵਿੱਚ ਹੈ, ਤਾਂ ਕੋ ਦੀਨ ਦਿਲਾਸੋ ਭਾਰੀ। ਭਾਈ ਸਿੰਘੇ ਦਾ ਨਿਸ਼ਚਾ ਅਡੋਲ ਸੀ। ਉਹਨੇ ਆਪਣੀ ਘਰ ਵਾਲੀ ਨੂੰ ਹੌਸਲਾ ਦਿੱਤਾ, ਦਿਲਾਸਾ ਤੇ ਧੀਰਜ ਦਿੱਤਾ। ਸਤਿਗੁਰ ਆਸ ਤਰੋ ਮਨ ਮਾਈ। ਕਹਿਣ ਲੱਗੇ ਭਾਗਵਾਨੇ, ਜਿਹੜੇ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ ਉਹ ਗੁਰੂ ਆਪੇ ਹੀ ਸਾਡੀ ਬੌੜੀ ਕਰੇਗਾ। ਉਹ ਗੁਰੂ ਆਪ ਹੀ ਸਾਡੀ ਲਾਜ ਰੱਖੇਗਾ। ਜਿਹਦੀ ਸੰਗਤ ਦੀ ਸੇਵਾ ਟਹਿਲ ਉਹਨਾਂ ਨੇ ਆਪ ਹੀ ਕਰਵਾਈ ਹੈ ਸਾਡੇ ਕੋਲੋਂ, ਸਾਡੇ 'ਚ ਕੀ ਤਾਣ ਸੀ? ਸਤਿਗੁਰੂ ਜੀ ਤੇ ਆਸ ਰੱਖ, ਕਿਉਂਕਿ ਗੁਰੂ ਤੇ ਕੀਤੀ ਹੋਈ ਆਸ ਕਦੇ ਨਿਰਾਸ਼ ਨਹੀਂ ਕਰਦੀ। ਗੁਰੂ ਤੇ ਆਸ ਰੱਖ। ਅਪਰ ਵਿਚਾਰ ਕਰੋ ਕੋ ਨਾਈ। ਆਪਣੇ ਮਨ 'ਚ ਕੋਈ ਹੋਰ ਵਿਚਾਰ ਨਾ ਕਰ, ਕਿਸੇ ਤਰ੍ਹਾਂ ਦਾ ਫਿਕਰ, ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰ। ਰਾਖੇਂਗੇ ਪ੍ਰਭ ਪੈਜ ਹਮਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਡੀ ਪੈਜ ਰੱਖਣਗੇ, ਕਿਉਂਕਿ ਉਹ ਆਪਣਿਆਂ ਸੇਵਕਾਂ ਦੀ ਪੈਜ ਰੱਖਦੇ ਹਨ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਸਤਿਗੁਰੂ ਜੀ ਆਪਣਿਆਂ ਸੇਵਕਾਂ ਦੀ ਪੈਜ ਆਪ ਰੱਖਦੇ ਹਨ। ਇਸ ਕਰਕੇ ਫਿਕਰ ਨਾ ਕਰ, ਇਹ ਪੈਜ ਗੁਰੂ ਕੀ ਪੈਜ ਹੈ ਤੇ ਗੁਰੂ ਨੇ ਆਪਣੀ ਪੈਜ ਆਪੇ ਰੱਖਣੀ ਹੈ। ਦਾਸ ਜਾਣਵੈ ਹੈ ਹਿਤਕਾਰੀ। ਸਾਨੂੰ ਆਪਣਾ ਦਾਸ, ਆਪਣਾ ਸੇਵਕ ਜਾਣ ਕੇ ਸਤਿਗੁਰੂ ਜੀ ਸਾਡੇ ਹਿਤਕਾਰੀ ਹੋਣਗੇ। ਉਹ ਕਰਨਗੇ ਜਿਹਦੇ 'ਚ ਸਾਡਾ ਭਲਾ ਹੋਵੇਗਾ। ਸਤਿਗੁਰੂ ਜੀ ਸਾਨੂੰ ਆਪਣਾ ਦਾਸ ਜਾਣ ਕੇ ਸਾਡੀ ਪੈਜ ਸਵਾਰਨਗੇ। ਅਸ ਵਿਚਾਰ ਕਰਤਿਓ ਤਹਿ ਕਾਲਾ। ਏਦਾਂ ਵਿਚਾਰ ਕਰਦਿਆਂ ਕਰਦਿਆਂ ਪਹੁੰਚੀ ਆਏ ਬਰਾਤ ਵਿਸਾਲਾ। ਇੰਨੇ ਨੂੰ ਬਰਾਤ ਵੀ ਆ ਗਈ ਤੇ ਬਰਾਤ ਦੇ ਵਿੱਚ ਵੀ ਜਣੇ ਬਾਬਾ ਆ ਗਏ।
ਬਰਾਤ ਦੀ ਗਿਣਤੀ ਵੀ ਚੰਗੀ ਵੱਧ ਹੋ ਕੇ ਆਈ। ਕਰ ਟੁਕਾਓ ਪਲ ਡੇਰਾ ਕੀਨੋ। ਭਾਈ ਸਿੰਘੇ ਨੇ ਬਰਾਤ ਦਾ ਟੁਕਾਓ ਕਰਾਇਆ, ਭਲੇ ਸਥਾਨ ਦੇ ਉੱਤੇ ਡੇਰਾ ਕੀਤਾ। ਦੇਖ ਨਾਰ ਪੀ ਹਰਖ ਬਹੀਨੋ। ਹੁਣ ਘਰ ਵਾਲੀ ਜਿਹੜੀ ਸੀ ਭਾਈ ਸਿੰਘੇ ਦੀ, ਉਹਨੂੰ ਡੋਬੂ ਪੈਣ ਮਨ ਹੀ ਮਨ ਵੀ ਹੁਣ ਇੰਨੀ ਬਰਾਤ ਆਈ, ਕਿਵੇਂ ਸੇਵਾ ਕਰੀਏ। ਪਕਵਾਨ ਵਾਲੇ ਦੇ ਜਿਹੜੇ ਕਮਰਾ ਜਾ ਕੇ ਵੇਖੇ ਵੀ ਉਹ ਤਾਂ ਖਾਲੀ ਪਏ ਨੇ ਭਾਂਡੇ। ਸੋਚੀ ਜਾਵੇ ਵੀ ਹੁਣ ਸੇਵਾ ਕਿਵੇਂ ਹੋਵੇਗੀ ਬਰਾਤ ਦੀ। ਕਹਿਣ ਲਗੀ ਕਿਆ ਦੇਹ ਖੁਆਏ। ਕਹਿਣ ਲੱਗੀ ਹੈ ਪਤੀ ਦੇਵ ਜੀ, ਹੁਣ ਬਰਾਤ ਨੂੰ ਕੀ ਛਕਾਵਾਂਗੇ, ਕੀ ਸੇਵਾ ਕਰੀਏ, ਬਰਾਤ ਨੂੰ ਹੁਣ ਕੀ ਛਕਾਈਏ। ਨਰ ਬਰਾਤ ਮੈਂ ਬਹੁਤੇ ਆਏ। ਬਰਾਤ ਵਿੱਚ ਵੀ ਬੰਦੇ ਬਹੁਤੇ ਆਏ ਹਨ। ਸ਼ੀਹੇ ਉੱਠ ਕੀ ਨੀ ਅਰਦਾਸ। ਭਾਈ ਸਿੰਘੇ ਨੇ ਖਾਲਸਾ ਜੀ ਜਦੋਂ ਕੁਝ ਵੀ ਨਾ ਸੁਝੇ, ਪਤਾ ਹੀ ਨਹੀਂ ਲੱਗੇ ਵੀ ਮੈਂ ਹੁਣ ਕੀ ਕਰਾਂ, ਉਦੋਂ ਇੱਕ ਬੜੀ ਵੱਡੀ ਟੇਕ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਨੂੰ ਦਿੱਤੀ ਹੈ। ਉਹ ਹੈ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੇ। ਮਹਾਰਾਜ ਸਾਨੂੰ ਨਹੀਂ ਪਤਾ ਹੁਣ ਕੀ ਕਰੀਏ, ਤੁਸੀਂ ਆਪ ਕਿਰਪਾ ਕਰਕੇ ਰਾਹ ਕੱਢੋ। ਜਦੋਂ ਕੁਝ ਵੀ ਨਾ ਸੁਝੇ ਤੇ ਖਾਲਸਾ ਜੀ ਉਸ ਵੇਲੇ ਕੀਤੀ ਹੋਈ ਅਰਦਾਸ ਫਿਰ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੁੰਦੀ ਹੈ। ਜਦੋਂ ਸਾਨੂੰ ਰਾਹ ਦਿਸਦੇ ਹੁੰਦੇ ਆ ਵੀ ਇਦਾਂ ਕਰਾਂਗੇ ਇਦਾਂ ਕਰਾਂਗੇ, ਫਿਰ ਸਾਨੂੰ ਅਰਦਾਸ ਤੇ ਭਰੋਸਾ ਨਹੀਂ ਹੁੰਦਾ, ਸਾਨੂੰ ਨਾ ਰਸਤਿਆਂ ਤੇ ਭਰੋਸਾ ਹੁੰਦਾ ਵੀ ਇਦਾਂ ਕਰ ਲਾਂਗੇ। ਪਰ ਜਦੋਂ ਇਹ ਸੁਝੇ ਵੀ ਮਹਾਰਾਜ ਪਤਾ ਹੀ ਨਹੀਂ ਹੁਣ ਕੀ ਕਰੀਏ, ਸਾਨੂੰ ਨਹੀਂ ਜੇ ਕੁਝ ਸੋਝੀ, ਉਦੋਂ ਅਰਦਾਸ ਕਰੀਏ ਤੇ ਫਿਰ ਗੁਰੂ ਸਾਹਿਬ ਜੀ ਰਸਤਾ ਵਿਖਾ ਦਿੰਦੇ ਹਨ। ਭਾਈ ਸਿੰਘੇ ਨੇ ਵੇਖਿਆ ਵੀ ਹੁਣ ਹੋਰ ਕੋਈ ਚਾਰਾ ਨਹੀਂ, ਗਲ 'ਚ ਪੱਲੂ ਪਾਇਆ, ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਾਰਿਆ, ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ। ਸਤਿਗੁਰ ਚਰਨ ਧਿਆਨ ਕਰਤਾਸ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਭਾਈ ਸਿੰਘਾਂ ਜੀ ਨੇ ਹਿਰਦੇ 'ਚ ਵਸਾਇਆ। ਰਾਖੀ ਸਿੱਖਨ ਪੈਜ ਅਗਾਰੀ। ਮਹਾਰਾਜ ਜੀ ਤੁਸੀਂ ਪਹਿਲਾਂ ਵੀ ਆਪਣਿਆਂ ਸਿੱਖਾਂ ਦੀ ਪੈਜ ਰੱਖਦੇ ਆਏ ਹੋ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਜੀ ਤੁਸੀਂ ਪਹਿਲੋਂ ਵੀ ਆਪਣਿਆਂ ਸਿੱਖਾਂ ਦੀ, ਆਪਣਿਆਂ ਸੇਵਕਾਂ ਦੀ ਪੈਜ ਰੱਖਦੇ ਆਏ ਹੋ। ਚਰਨ ਕਮਲ ਹਮ ਸ਼ਰਨ ਤੁਮਾਰੀ। ਏ ਗਰੀਬ ਨਵਾਜ, ਮੈਂ ਤੁਹਾਡੇ ਸੋਹਣੇ ਜੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਹਾਂ, ਤੁਹਾਡੇ ਚਰਨਾਂ ਦੀ ਪਨਾਹ ਵਿੱਚ ਹਾਂ। ਅਸ ਕਹਿ ਤਿਸ ਕੋਠੇ ਕੋ ਤਾਰਾ। ਏਦਾਂ ਕਹਿ ਕੇ ਨਾ ਅਰਦਾਸ ਕਰਕੇ ਭਾਈ ਸਿੰਘੇ ਨੇ ਜਿੱਥੇ ਉਹ ਮਠਿਆਈਆਂ ਵਗੈਰਾ ਰੱਖੀਆਂ ਸੀ ਨਾ ਕੋਠੇ 'ਚ, ਉਹਨੂੰ ਬਾਹਰੋਂ ਤਾਲਾ ਲਾ ਦਿੱਤਾ। ਬਾਹਰੋਂ ਅਰਦਾਸ ਕੀਤੀ, ਅਰਦਾਸ ਕਰਕੇ ਫਿਰ ਉਹਨੂੰ ਤਾਲਾ ਲਾ ਦਿੱਤਾ। ਖੋਲ ਬਿਲੋਕ ਆਹਾਰੇ ਅਪਾਰਾ। ਅਰਦਾਸ ਕਰਨ ਤੋਂ ਕੁਝ ਸਮਾਂ ਬਾਅਦ ਜਦੋਂ ਬਰਾਤ ਦਾ ਟੁਕਾਓ ਵਗੈਰਾ ਕਰਾ ਦਿੱਤਾ, ਭਾਈ ਸਿੰਘੇ ਨੇ ਜਾ ਕੇ ਉਹ ਤਾਲਾ ਖੋਲਿਆ। ਦੋਹਰਾ ਪਾਤ ਬਰਾਤ ਬਿਠਾਏ ਕੈ ਭੋਜਨ ਭਲੇ ਖੁਆਏ। ਇਧਰ ਜਿੰਨੀ ਬਰਾਤ ਸੀ ਉਹਨਾਂ ਸਾਰਿਆਂ ਨੂੰ ਪੰਗਤ 'ਚ ਬਿਠਾ ਦਿੱਤਾ ਵੀ ਸਾਰੇ ਬੈਠ ਜਾਓ, ਸਾਜੋ ਵੀ ਭੋਜਨ ਛਕੀਏ। ਬਰਾਤ ਸਾਰੀ ਬਿਠਾ ਦਿੱਤੀ ਤੇ ਫਿਰ ਗਏ ਕੋਠੇ ਦੇ ਕੋਲ ਜਾ ਕੇ ਅਰਦਾਸ ਕਰਕੇ ਤਾਲਾ ਖੋਲਿਆ। ਅਤ ਸੁੰਦਰ ਬੋ ਸਵਾਦ ਜੈ ਹਰਖਤ ਰਹੇ ਆਗਾਏ। ਕਹਿੰਦੇ ਜਦੋਂ ਜਾ ਕੇ ਵੇਖਿਆ ਵੀ ਜਿਹੜੇ ਭਾਂਡੇ ਖਾਲੀ ਸਨ ਉਹ ਭਰੇ ਪਏ ਹਨ। ਸਤਿ ਸ੍ਰੀ ਅਕਾਲ। ਅੰਦਰੋਂ ਕੱਢ ਕੱਢ ਕੇ ਜਿਉਂ ਵਰਤਾਨ ਲੱਗੇ, ਦੁਬਾਰਾ ਤਿੰਨ ਵੇਰੀ ਸਭ ਨੇ ਰੱਜ ਕੇ ਛਕਿਆ, ਪਰ ਉਸ ਕੋਠੇ 'ਚ ਜਿੰਨੇ ਪਕਵਾਨ ਸਨ ਓਨੇ ਹੀ ਰਹੇ, ਉਹਦੇ ਵਿੱਚ ਊਣਤਾਈ ਨਹੀਂ ਆਈ। ਉਹ ਭੰਡਾਰੇ ਲਬਾਲਬ ਉਸੇ ਤਰ੍ਹਾਂ ਹੀ ਭਰੇ ਰਹੇ, ਕਿਉਂਕਿ ਮੇਰੇ ਸਾਹਿਬ ਦੇ ਭੰਡਾਰੇ ਹੋ ਗਏ ਨਾ, ਤੇ ਜਿਹੜੇ ਭੰਡਾਰੇ ਮੇਰੇ ਸਾਹਿਬ ਦੇ ਨੇ ਉਹ ਤਾਂ ਫਿਰ ਸਦਾ ਹੀ ਭਰੇ ਰਹਿੰਦੇ ਹਨ। ਲਬਾ ਲਬ ਦਮਨੋਸ਼ ਫਰਾਮੋਸ਼ ਕੁਨ। ਮਹਾਰਾਜ ਜੀ ਦੇ ਭੰਡਾਰੇ ਤਾਂ ਲਬਾ ਲਬ ਭਰੇ ਹੋਏ ਨੇ। ਜਿਉਂ ਵਰਤਾਨ ਲੱਗੇ, ਬੜੇ ਸਵਾਦੀ ਭੋਜਨ,
ਉਦਾਂ ਦੇ ਪਕਵਾਨ ਕਦੇ ਉਹਨਾਂ ਬਰਾਤੀਆਂ ਛਕੇ ਹੀ ਨਹੀਂ ਸਨ। ਖਬਰੇ ਪਕਵਾਨ ਨਿਰੰਕਾਰ ਦੀ ਦਰਗਾਹ ਚੋਂ ਉਤਰੇ ਨੇ, ਜਿਉਂ ਛਕਣ ਲੱਗੇ, ਕਿਉਂਕਿ ਉਹ ਪ੍ਰਸ਼ਾਦ ਹੋ ਗਿਆ ਨਾ। ਤੇ ਜਦੋਂ ਉਦਾਂ ਤੁਸੀਂ ਘਰ 'ਚ ਕੜਾਹ ਬਣਾ ਕੇ ਖਾਓ, ਸਵਾਦ ਨਹੀਂ ਆਉਂਦਾ, ਪਰ ਜਦੋਂ ਕੜਾਹ ਪ੍ਰਸ਼ਾਦ ਹੋ ਜਾਂਦਾ ਨਾ ਮਹਾਰਾਜ ਜੀ ਦੇ ਦਰ ਤੇ ਭੋਗ ਲੱਗ ਕੇ, ਤੇ ਖਾਲਸਾ ਜੀ ਉਹਦੇ ਛਕਣ ਦਾ ਸਵਾਦ ਹੀ ਅਨੂਠਾ ਹੁੰਦਾ। ਮਹਾਰਾਜ ਜੀ ਦੀ ਕਲਾ ਜੋ ਵਰਤ ਜਾਂਦੀ ਹੈ ਨਾਲ। ਤੋ ਇਸ ਕਰਕੇ ਪ੍ਰਸ਼ਾਦ ਬਣ ਗਿਆ ਸੀ ਉਹ ਸਾਰਾ, ਸਭ ਨੇ ਛਕਿਆ, ਬੜੇ ਸਵਾਦ ਨਾਲ ਰਸ ਨਾਲ ਛਕ ਕੇ ਆਨੰਦਿਤ ਹੋਏ। ਚੋਪਈ 5 ਦਿਵਸ ਕਰ ਰਾਖੀ ਸੋਈ। ਕਹਿੰਦੇ ਬਰਾਤ ਇੱਕ ਨਹੀਂ, 2 ਨਹੀਂ, 5 ਦਿਨ ਰੱਖੀ ਘਰ ਆਪਣੇ। ਉਹਨਾਂ ਦਿਨਾਂ 'ਚ 5-5 4-4 ਦਿਨ ਬਰਾਤਾਂ ਰਹਿੰਦੀਆਂ ਸੀ। 5 ਦਿਨ ਬਰਾਤ ਰੱਖੀ ਭਾਈ ਸਿੰਘੇ ਨੇ ਘਰ, ਤੇ 5 ਦਿਨ ਹੀ ਉਸੇ ਕੋਠੇ 'ਚੋਂ ਕੱਢੀ ਜਾਂਦੇ, ਆਉਂਦਾ ਪਤਾ ਨਹੀਂ ਕਿੱਥੋਂ ਹੈ, ਉੱਥੇ ਵਰਤਾਈ ਜਾਂਦੇ, ਪੂਰਾ ਪਿੰਡ ਰਜਾ ਦਿੱਤਾ। ਇਹ ਨਹੀਂ ਵੀ ਕੱਲੀ ਬਰਾਤ ਦੀ ਸੇਵਾ ਪਈ ਹੁੰਦੀ, ਜਿਹੜਾ ਕੋਈ ਹੋਰ ਮਾਈ ਭਾਈ ਆਉਂਦਾ ਉਹਨੂੰ ਵੀ ਭੋਜਨ ਮਿਲਦਾ, ਪਕਵਾਨ ਮਿਲਦਾ। ਵਰਤਦੇ ਚਲੇ ਗਏ ਭੰਡਾਰੇ। ਟੋਟ ਅਸਨ ਕੀ ਹੋਈ ਨਾ ਕੋਈ। ਪਰ ਕਹਿੰਦੇ ਉਸ ਭੋਜਨ ਵਿੱਚ ਟੋਟਾ ਨਹੀਂ ਆਇਆ, ਪਕਵਾਨਾਂ ਵਿੱਚ, ਮਠਿਆਈਆਂ ਵਿੱਚ ਟੋਟਾ ਨਹੀਂ ਆਇਆ। ਬਹੁ ਬਿਦ ਕੇ ਪਕਵਾਨ ਜਿਮਾਏ। ਕਈ ਪ੍ਰਕਾਰ ਦੇ ਪਕਵਾਨ ਸਨ ਜਿਹੜੇ ਵਰਤ ਰਹੇ ਨੇ, ਉਹ ਛਕਾਏ ਸਭ ਨੂੰ। ਖਾਏ ਜਨੇਤੀ ਉਰਹਰ ਖਾਏ। ਜਾਂਜੀਆਂ ਨੇ, ਜਨੇਤੀ ਦਾ ਮਤਲਬ ਜਿਹੜੇ ਜਾਂਜੀ ਸਨ, ਜਦੋਂ ਉਹਨਾਂ ਨੇ ਉਹ ਪਕਵਾਨ ਖਾਧੇ ਬੜੇ ਖੁਸ਼, ਬੜੇ ਪ੍ਰਸੰਨ ਨੇ। ਵਿਦਾ ਕਰੀ ਤੇ ਦਾਤ ਵਿਸਾਲਾ। ਏਦਾਂ ਉਹਨਾਂ ਸਾਰਿਆਂ ਨੂੰ ਵਿਦਾ ਕੀਤਾ। ਸਭ ਨੇ ਬੜੀ ਸ਼ਲਾਘਾ ਕੀਤੀ ਵੀ ਬਰਾਤ ਦੀ ਸੇਵਾ ਬਹੁਤ ਹੋਈ, ਲੰਗਰ ਪ੍ਰਸ਼ਾਦੇ ਭੋਜਨ ਵਿੱਚ ਤਾਂ ਕੋਈ ਕਮੀ ਨਹੀਂ ਸੀ। ਇਉਂ ਸਾਰੇ ਦਾਦ ਦਿੰਦਿਆਂ ਸਲਾਉਂਦਿਆਂ ਗਏ। ਅਚਰਜ ਪੇ ਨਰ ਤੀਆ ਤੈ ਕਾਲਾ। ਜਿਤਨੇ ਨਰ ਨਾਰੀਆਂ ਸਨ ਸਭ ਅਸਚਰਜ, ਸਭ ਹੈਰਾਨ ਹੋ ਰਹੇ ਨੇ। ਸਭ ਮਿਲ ਕੇ ਤਬ ਇਸ ਬਿਦ ਪਾਖੀ। ਗੁਰੂ ਪੈਜ ਨਿਜ ਸਿੱਖਨ ਰਾਖੀ। ਸਭ ਨੇ ਮਿਲ ਕੇ ਆਖਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣਿਆਂ ਸਿੱਖਾਂ ਦੀ ਪੈਜ ਰੱਖ ਲਈ। ਗੁਰੂ ਨਾਨਕ ਮੇਰੀ ਪੈਜ ਸਵਾਰੀ। ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ, ਦਇਆ ਕਰਕੇ ਆਪਣਿਆਂ ਸਿੱਖਾਂ ਦੀ ਪੈਜ ਰੱਖ ਲਈ ਹੈ। ਰੱਖ ਲਈ ਆ ਗਰੀਬ ਨਵਾਜ ਸਤਿਗੁਰਾਂ ਨੇ ਆਪਣਿਆਂ ਸਿੱਖਾਂ ਦੀ ਪੈਜ। ਅਧਿਕ ਨਰਨ ਕੋ ਸ਼ਰਧਾ ਪਈ। ਬਹੁਤ ਸਾਰਿਆਂ ਨਰਾਂ ਦੇ ਮਨਾਂ ਵਿੱਚ ਸ਼ਰਧਾ ਉਪਜ ਆਈ। ਜਦੋਂ ਨਗਰ ਨਿਵਾਸੀਆਂ ਨੂੰ ਤਾਂ ਪਤਾ ਹੀ ਸੀ ਨਾ ਵੀ ਇਹਨੇ ਤਾਂ ਮਠਿਆਈ ਪਹਿਲਾਂ ਸਾਰੀ ਸੰਗਤ ਨੂੰ ਛਕਾ ਦਿੱਤੀ, ਪਰ ਮੁੜ ਕੇ ਜਦੋਂ ਕਲਾ ਵਰਤੀ ਦਾ ਪਤਾ ਲੱਗਾ, ਜਿਹੜੇ ਹੋਰ ਲੋਕ ਸਨ ਉਹਨਾਂ ਅੰਦਰ ਵੀ ਸਤਿਗੁਰਾਂ ਪ੍ਰਤੀ ਸ਼ਰਧਾ ਜਾਗ ਪਈ। ਉਹਨਾਂ ਅੰਦਰ ਵੀ ਗੁਰੂ ਸਾਹਿਬ ਜੀ ਦਾ ਪ੍ਰੇਮ ਭਾਵ ਜਾਗ ਪਿਆ। ਪਾਓ ਭਗਤ ਜਗ ਮੈਂ ਪ੍ਰਗਟਈ। ਸਾਰੇ ਸੰਸਾਰ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੋਈ। ਪੁਨ ਇੱਕ ਦਿਨ ਬੈਠੇ ਗੁਣ ਖਾਨੀ। ਗੁਣਾਂ ਦੇ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਬੈਠੇ ਸਨ। ਕਰੁਣਾ ਲੋਚਨ ਵਿਖੇ ਮਹਾਨੀ। ਸਤਿਗੁਰਾਂ ਦੇ ਨੇਤਰਾਂ ਵਿੱਚ ਕਰੁਣਾ ਹੈ, ਕਰੁਣਾ ਨਾਲ ਰਸੀਲੇ ਨੈਣ ਨੇ ਸਤਿਗੁਰਾਂ ਦੇ। ਦੋਹਰਾ ਫਿਰਣਾ ਖੈਰਾ ਜੋਦ ਦੋਏ। ਜਗ ਆਸਾ ਧਰਿਆਸ। 2 ਸਿੱਖ, ਇੱਕ ਦਾ ਨਾਮ ਹੈ ਭਾਈ ਫਿਰਣਾ ਖਹਿਰਾ, ਖਹਿਰਾ ਉਹਦਾ ਗੋਤ ਸੀ ਜ਼ਿਮੀਂਦਾਰਾਂ ਦਾ। ਦੂਸਰੇ ਸਨ ਭਾਈ ਜੋਧ। ਇਹ ਦੋਵੇਂ ਗੁਰਸਿੱਖ ਆਪਣੇ ਮਨ 'ਚ ਜਗਿਆਸਾ ਧਾਰਨ ਕਰਕੇ, ਜਗਿਆਸੂ ਬਣ ਕੇ ਗੁਰੂ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਹਨ। ਆਏ ਪਰੇ ਪਾਇਨ ਪਦਮ ਪੁਨ ਬੈਠੇ ਪ੍ਰਭ ਪਾਸ। ਆ ਕੇ ਸਤਿਗੁਰਾਂ ਦੇ ਪਾਵਨ ਸੋਹਣੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ, ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬੈਠ ਗਏ। ਚੋਪਈ ਹੱਥ ਬੰਦ ਅਰਦਾਸ ਉਚਾਰੀ। ਹੱਥ ਬੰਨ ਕੇ, ਹੱਥ ਜੋੜ ਕੇ
ਦੋਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ, हम आए अब शरण तुम्हारी। हे ਗਰੀਬ ਨਵਾਜ, हे ਅੰਤਰਯਾਮੀ ਸੁਆਮੀ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। निज उपदेश करो बखियाना। हे ਗਰੀਬ ਨਵਾਜ, ਸਤਿਗੁਰੂ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਆਪਣਾ ਪਵਿੱਤਰ ਤੇ ਪਾਵਨ ਉਪਦੇਸ਼ ਬਖਸ਼ ਕੇ ਨਵਾਜੋ, जिस प्रकार वह हम कल्याणा। ਜਿਹਦੇ ਨਾਲ ਸਾਡੀ ਕਲਿਆਣ ਹੋਵੇ। ਮਹਾਰਾਜ, ਸਾਡੀ ਬੰਦ ਖਲਾਸੀ ਹੋ ਜਾਏ, ਸਾਡਾ ਜਨਮ ਤੇ ਮਰਨ ਕੱਟਿਆ ਜਾਵੇ, सिक्खी प्राप्त मन में होवे। ਔਰ ਸਾਡੇ ਮਨਾਂ ਵਿੱਚ ਆਪ ਜੀ ਦੀ ਸਿੱਖੀ ਪ੍ਰਾਪਤ ਹੋਵੇ, मोहर न कबो काल बिगोवे। ਤੇ ਮੁੜ ਕੇ ਮਹਾਰਾਜ ਜੀ ਸਾਨੂੰ ਕਾਲ ਖੁਆਰ ਨਾ ਕਰੇ, ਸਾਨੂੰ ਕਾਲ ਕਰਕੇ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। प्रभ भाख्यो मन नीवे जोए। ਸਤਿਗੁਰੂ ਜੀ ਅੱਗੋਂ ਬੋਲੇ, ਕਹਿਣ ਲੱਗੇ, ਭਾਈ ਫਿਰਣਾ ਜੀ, ਭਾਈ ਜੋਧ ਜੀ ਸੁਣੋ, ਜਿਨ੍ਹਾਂ ਦੇ ਮਨ ਨੀਵੇਂ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਹਲੀਮੀ ਸਹਿਤ ਨੀਵਾ ਕੀਤਾ ਹੈ, तिनको सिक्खी प्राप्त होए। ਉਹਨਾਂ ਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੁੰਦਾ, ਜਿਨ੍ਹਾਂ ਦੇ ਮਨ ਨੀਵੇਂ ਨੇ। ਮਨ ਨੀਮ ਕੋ ਬੀਜਨ ਪ੍ਰੇਮ, ਸੋ ਨੇਮ ਵਦੰ ਭਗਤੀ ਤੁਕ ਮਲ ਦਿਆਰੀ। ਕਹਿੰਦੇ ਮਨ ਨੀਵਾ ਕਰਕੇ ਰੱਖਣਾ, ਜਿਨ੍ਹਾਂ ਦੇ ਮਨ ਨਿਮਰਤਾ ਸਹਿਤ ਹਲੀਮੀ ਸਹਿਤ ਝੁਕੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਗੁਰੂ ਕੀ ਸਿੱਖੀ ਦਾ ਦਾਨ ਟਿਕਦਾ। ਇਹਨਾਂ ਆਖਿਆ ਨਾ, ਸਾਨੂੰ ਸਿੱਖੀ ਬਖਸ਼ੋ। ਮਹਾਰਾਜ ਜੀ ਕਹਿੰਦੇ ਮਨ ਨੀਵਾ ਕਰੋ, ਸਿੱਖੀ ਦਾ ਦਾਨ ਮਿਲੇਗਾ। ਜੇ ਮਨ ਫਨੀਅਰ ਨਾਗ ਵਾਂਗੂ ਸਿਰ ਚੁੱਕ ਕੇ ਡਸਣ ਦੀ ਬਿਰਤੀ ਰੱਖਦਾ ਹੈ, ਉੱਥੇ ਗੁਰੂ ਕੀ ਸਿੱਖੀ ਨਹੀਂ ਵਸਦੀ। ਗੁਰੂ ਕੀ ਸਿੱਖੀ ਦਾ ਦਾਨ ਉੱਥੇ ਆ ਕੇ ਮਨ 'ਚ ਟਿਕਦਾ ਹੈ, ਜਿਸ ਮਨ 'ਚ ਹਲੀਮੀ ਹੈ, ਜਿਸ ਮਨ ਵਿੱਚ ਵਿਨਿਮਰਤਾ ਤੇ ਨਿਰਮਾਣਤਾ ਹੈ। ਇਉਂ ਕਹਿ ਲਈਏ, ਗੁਰ ਸਿੱਖੀ ਉਹ ਜਲ ਦੇ ਸਮਾਨ ਹੈ, ਜਿਵੇਂ ਜਲ ਨਿਵਾਣ ਵੱਲ ਚੱਲਦਾ ਤੇ ਜਿੱਥੇ ਨਿਵਾਣ ਹੋਵੇ ਉੱਥੇ ਜਲ ਟਿਕ ਜਾਂਦਾ ਹੈ। ਇਉਂ ਗੁਰਸਿੱਖੀ ਦਾ ਜਲ ਉੱਥੇ ਟਿਕਦਾ ਜਿੱਥੇ ਮਨ 'ਚ ਨਿਵਾਣ ਤੇ ਨਿਮਰਤਾ ਹੈ। ਤੋ ਗਰੀਬ ਨਵਾਜ ਜੀ ਕਹਿਣ ਲੱਗੇ, ਆਪਣੇ ਮਨ ਨੂੰ ਨੀਵਾਂ ਕਰਕੇ ਰੱਖੋਗੇ ਤਾਂ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। दोहरा सेवा जो तुम पास ते सिखन की होए आए। ਮਹਾਰਾਜ ਜੀ ਕਹਿੰਦੇ, ਗੁਰੂ ਕੇ ਸਿੱਖਾਂ ਦੀ ਜੈਸੀ ਸੇਵਾ ਜੋ ਵੀ ਹੋ ਆਵੇ ਤੁਹਾਡੇ ਪਾਸੋਂ, ਜੈਸੀ ਵੀ ਬਣ ਆਵੇ, ਉਹ ਗੁਰਸਿੱਖਾਂ ਦੀ ਸੇਵਾ ਕਰੋ। तो करिए हित कर हृदय पग पखार मुख पाए। ਕਹਿੰਦੇ ਪ੍ਰੇਮ ਸਹਿਤ ਗੁਰਸਿੱਖਾਂ ਦੀ ਸੇਵਾ ਕਰੋ। ਗੁਰੂ ਕੇ ਸਿੱਖ ਜਦੋਂ ਆਉਣ, ਉਹਨਾਂ ਦੇ ਚਰਨ ਧੋਣੇ ਹਨ। ਨਿਮਰਤਾ ਸਹਿਤ ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਣੀ ਹੈ। जो पाई पिछली निशा करो इशनाना। ਪਿਛਲੀ ਨਿਸ਼ਾ, ਪਿਛਲੀ ਨਿਸ਼ਾ ਦਾ ਮਤਲਬ ਹੁੰਦਾ ਅੰਮ੍ਰਿਤ ਵੇਲਾ, ਜਿਨ੍ਹਾਂ ਨੂੰ ਬ੍ਰਹਮ ਮੁਹੂਰਤ ਦਾ ਸਮਾਂ ਵੀ ਕਹਿ ਸਕਦੇ ਆ, ਵੀ ਬ੍ਰਹਮ ਮੁਹੂਰਤ ਦਾ ਵੇਲਾ, ਅੰਮ੍ਰਿਤ ਵੇਲਾ। ਉਹ ਵੇਲਾ ਜਿਸ ਵੇਲੇ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੀ ਕਲਾ ਵਰਤਦੀ ਤਾਂ ਸਰਬ ਸਮੇਂ ਹੀ ਹੈ, ਪਰ ਇੱਕ ਸਮਾਂ ਕੁਝ ਐਸਾ ਵੀ ਹੁੰਦਾ, ਆਕਸੀਜਨ ਹਰ ਵੇਲੇ ਹੀ ਹੁੰਦੀ ਹੈ, ਸਾਰੇ ਪਾਸੇ ਵਰਤਦੀ ਹੈ, ਪਰ ਇੱਕ ਵੇਲਾ ਸਵੇਰ ਦਾ ਐਸਾ ਹੁੰਦਾ ਜਿਹਨੂੰ ਊਸ਼ਾ ਦਾ ਵੇਲਾ ਕਹਿੰਦੇ ਆ ਨਾ, ਉਸ ਵੇਲੇ ਜਿਹੜਾ ਆਕਸੀਜਨ ਦਾ ਲੈਵਲ ਹੁੰਦਾ, ਡਾਕਟਰ ਵੀ ਕਹਿੰਦੇ, ਵਿਗਿਆਨ ਵੀ ਕਹਿੰਦੀ ਹੈ, ਉਹ ਜ਼ਿਆਦਾ ਸ਼ੁੱਧ ਰੂਪ ਵਿੱਚ ਵਰਤਦਾ। ਰਹਿੰਦੀ ਤਾਂ ਇਹ ਤਾਂ ਨਹੀਂ ਵੀ ਬਾਅਦ ਵਿੱਚ ਨਹੀਂ ਹੁੰਦੀ, ਹੁੰਦੀ ਤਾਂ ਬਾਅਦ ਵਿੱਚ ਵੀ ਹੈ। ਸਮਾਂ ਸਾਰਾ ਹੀ ਪਰਮੇਸ਼ਰ ਦਾ ਹੈ, ਪਰ ਇੱਕ ਖਾਸ ਵੇਲਾ ਜਿਹਨੂੰ ਅੰਮ੍ਰਿਤ ਵੇਲਾ ਆਪਾਂ ਕਹਿੰਦੇ ਆ, ਉਦੋਂ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਐਨ ਸਾਰੇ ਪਾਸੇ ਸ਼ਾਂਤੀ ਦਾ ਮਾਹੌਲ ਹੈ। ਔਰ ਉਸ ਵੇਲੇ ਪਰਮੇਸ਼ਰ ਦੇ ਕੋਲ ਬਹਿ ਕੇ, ਨਿਕਟ ਬਹਿ ਕੇ ਉਹਨੂੰ ਸਮੀਪ ਅਨੁਭਵ ਕਰਨ ਦਾ ਬੜਾ ਸੁੰਦਰ ਵੇਲਾ ਹੁੰਦਾ, ਵੀ ਉਹ ਪਰਮੇਸ਼ਰ ਅੰਗ ਸੰਗ ਹੈ। ਅੰਗ ਸੰਗ ਸਾਰੇ ਦਿਨੇ ਵੀ ਹੈ ਉਹ, ਪਰ ਉਸ ਵੇਲੇ ਮਹਿਸੂਸ ਕਰਨ ਦਾ ਵੇਲਾ ਹੁੰਦਾ ਵੀ ਉਹ ਮੇਰੇ ਨਾਲ ਹੈ, ਮੇਰੇ ਕੋਲ ਬੈਠਾ ਹੈ, ਮੇਰੇ ਹਿਰਦੇ ਵਿੱਚ ਉਹਦਾ ਸਥਾਨ ਹੈ। ਤੋ ਅੰਮ੍ਰਿਤ ਵੇਲੇ ਦਾ ਬੜਾ ਵੱਡਾ ਮਹਾਤਮ ਹੈ। ਗੁਰੂ ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਪਿਛਲੀ ਰਾਤ ਯਾਨੀ ਕਿ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਬਣਾਓ।
ਅੰਮ੍ਰਿਤ ਵੇਲਾ ਤਾਂ ਸਾਂਭ ਹੁੰਦਾ ਹੈ ਜੇ ਰਾਤ ਦਾ ਪਹਿਲਾ ਪਹਿਰ ਸੰਭੋਗੇ। ਜੇ ਰਾਤ ਦਾ ਪਹਿਲਾ ਪਹਿਰ ਨਾ ਸੰਭਾਲਾਂਗੇ ਤੇ ਫਿਰ ਪਿਛਲਾ ਪਹਿਰ ਵੀ ਨਹੀਂ ਸਾਂਭ ਹੁੰਦਾ। ਇਹ ਸੁਭਾਵਕ ਹੈ। ਸਰੀਰ ਨੂੰ ਵੀ ਤਾਂ 7-8 ਘੰਟੇ ਨੀਂਦ ਚਾਹੀਦੀ ਹੈ ਨਾ, ਇਹਦੀ ਵੀ ਜ਼ਰੂਰਤ ਹੈ। ਤੇ ਜੇ ਰਾਤ ਦਾ ਪਹਿਲਾ ਪਹਿਰ ਸਾਡਾ ਅਜਾਈ ਬੀਤ ਜਾਏ ਤੇ ਫਿਰ ਪਿਛਲਾ ਪਹਿਰ ਵੀ ਸਮਝ ਲਓ ਸੌਂ ਕੇ ਅਜਾਈ ਬੀਤਦਾ ਹੈ। ਇਸ ਕਰਕੇ ਪਹਿਲਾ ਪਹਿਰ ਹੈ ਫੁੱਲੜਾ ਫਲ ਵੀ ਪੱਛਾ ਰਾਤ। ਸਤਿਗੁਰੂ ਜੀ ਨੇ ਆਖਿਆ ਜਿਹੜਾ ਪਹਿਲਾ ਪਹਿਰ ਸੰਭਾਲ ਲੈਂਦਾ ਰਾਤ ਦਾ ਉਹਨੂੰ ਫਿਰ ਚੰਗਾ ਫਲ ਵੀ ਮਿਲ ਜਾਂਦਾ ਬਾਅਦ ਵਿੱਚ ਪਿਛਲੇ ਪਹਿਰ ਦਾ। ਯਾਨੀ ਕਿ ਰਾਤ ਨੂੰ ਪਹਿਲਾ ਪਹਿਰ ਜੇ 12 ਰਾਤ ਨੂੰ ਹੀ ਵਜਾ ਦੇਣੇ ਆ ਬਾਹਰ ਗਲੀਆਂ 'ਚ ਫਿਰਦੇ ਆ ਤੇ ਫਿਰ ਬਾਹਰ ਫਿਰਦੇ ਆ ਕਈ ਪ੍ਰਕਾਰ ਦੇ ਹੋਰ ਬਿਨਾਂ ਕਾਰਨ ਤੋਂ ਹੀ। ਜੇ ਕਿਸੇ ਨੂੰ ਕੋਈ ਕੰਮਕਾਰ ਹੋਵੇ ਤਾਂ ਗੱਲ ਵੱਖਰੀ, ਬਿਨਾਂ ਕੰਮ ਤੋਂ ਤੇ ਫਿਰ ਸਟੇਟਸ ਲਾਇਆ ਹੁੰਦਾ ਗੇੜੀ ਛੇੜੀ ਵੀ ਇਹ ਗੇੜੀ ਦਾ ਟਾਈਮ ਹੈ। ਰਾਤ ਨੂੰ ਤੇ ਟਾਈਮ ਪਾਇਆ ਹੁੰਦਾ 12:30 1 ਦਾ ਟਾਈਮ। ਉਹ ਸਟੇਟਸ ਪਾ ਕੇ ਵਿਖਾਉਂਦੇ ਵੀ ਇਹ ਕਿਹਦਾ ਗੇੜਾ ਹੋਇਆ ਭਾਈ। ਰਾਤ ਨੂੰ ਤਾਂ ਕੂਕਰ ਵੀ ਟੁਰੇ ਫਿਰਦੇ ਆ ਗਲੀਆਂ ਬਾਜ਼ਾਰਾਂ ਦੇ ਵਿੱਚ। ਤੋ ਪਰਮੇਸ਼ਰ ਨੇ, ਅਕਾਲ ਪੁਰਖ ਨੇ ਹਰ ਇੱਕ ਪ੍ਰਕਾਰ ਦੀ ਮਰਿਆਦਾ ਬਣਾਈ। ਬੰਦਾ ਬੇਮਰਿਆਦਾ ਹੋ ਗਿਆ ਤਦੇ ਧੱਕੇ ਖਾਂਦੇ ਫਿਰਦੇ ਆ ਥਾਂ ਥਾਂ। ਜੇ ਮਰਿਆਦਾ ਦੇ ਵਿੱਚ ਬੰਧਨ ਵਿੱਚ, ਮਰਿਆਦਾ ਦੇ ਬੰਧਨ ਵਿੱਚ ਹੋਈਏ ਤੇ ਗੁਰੂ ਸਾਹਿਬ ਦੀ ਕਲਾ ਵਰਤ। ਜਦੋਂ ਬੇਮਰਿਆਦਾ ਹੋ ਗਏ ਦੁਨੀਆ ਦੇ ਲੋਕ, ਕੁਦਰਤ ਵੀ ਬੇਮਰਿਆਦਾ ਹੋ ਗਈ, ਫਿਰ ਬੰਦੇ ਨੂੰ ਜਿਹੋ ਜਿਹਾ ਹੈ, ਕਹਿੰਦੇ ਜਿਹੋ ਜਿਹਾ ਮੂੰਹ ਹੋਵੇ ਉਦਾਂ ਦੀ ਚਪੇੜ ਪੈ ਜਾਂਦੀ ਹੈ। ਜਿਹੋ ਜਿਹੇ ਬੇਮਰਿਆਦੇ ਲੋਕ ਹੋਏ, ਕੁਦਰਤ ਨੇ ਵੀ ਆਪਣੀ ਫਿਰ ਮਰਿਆਦਾ ਉਦਾਂ ਦੀ ਬੇਮਰਿਆਦਾ ਹੀ ਬਣਾ ਲਈ। ਕੁਝ ਨਹੀਂ ਪਤਾ ਲੱਗਦਾ, ਨਾ ਮੌਸਮ ਦਾ ਪਤਾ ਲੱਗਦਾ, ਨਾ ਹੋਰ ਕੁਝ ਪਤਾ ਲੱਗਦਾ। ਤੂੰ ਮਰਿਆਦਾ ਹੈ। ਗੁਰੂ ਸਾਹਿਬ ਨੇ ਸਾਨੂੰ ਮਰਿਆਦਾ 'ਚ ਬੱਧ ਕੀਤਾ। ਮਹਾਰਾਜ ਜੀ ਕਹਿੰਦੇ ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੋਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ। ਸਦਾ ਸ਼ਬਦ ਅਭਿਆਸ ਪ੍ਰਮਾਨਾ। ਤੇ ਕੱਲਾ ਉੱਠਣਾ ਹੀ ਕਾਫੀ ਨਹੀਂ ਹੁੰਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਿਆ ਤੇ ਬਸ। ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਸ਼ਬਦ ਅਭਿਆਸ ਕਰਨਾ, ਗੁਰਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ। ਗੁਰਸਿੱਖ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਕੁਝ ਸਮੇਂ ਲਈ ਸਾਧਨਾ 'ਚ ਬੈਠਦੇ ਹੈ। ਸਿਮਰਨ ਸਾਧਨਾ ਭਾਵੇਂ 15 ਮਿੰਟ ਬੈਠੋ, ਅੱਧਾ ਘੰਟਾ ਬੈਠੋ, ਪੌਣਾ ਘੰਟਾ, ਉਸ ਤੋਂ ਬਾਅਦ ਫਿਰ ਆਪਣੇ ਨਿਤਨੇਮ 'ਚ ਜੁੜ ਜਾਓ। ਤੋ ਇਉਂ ਆਪਣਾ ਸਮਾਂ ਸ਼ਬਦ ਅਭਿਆਸ ਦੀ ਕਮਾਈ ਕਰਦਿਆਂ ਅੰਮ੍ਰਿਤ ਵੇਲੇ ਦਾ ਬਤੀਤ ਕਰਨਾ। ਮਨ ਨੀਵੇਂ ਸਤ ਸੰਗਤ ਜਾਏ। ਔਰ ਸ਼ਬਦ ਦਾ ਅਭਿਆਸ ਕਰਨ ਤੋਂ ਬਾਅਦ ਫਿਰ ਮਨ ਨੂੰ ਨੀਵਾਂ ਕਰਕੇ ਦਿਨ ਚੜੇ ਗੁਰੂ ਕੀ ਸੰਗਤ ਵਿੱਚ ਆਵੇ। ਸੰਗਤ ਵਿੱਚ ਆ ਕੇ ਸਤਿਗੁਰਾਂ ਦੇ ਦਰਸ਼ਨ ਕਰੇ, ਕਥਾ ਸੁਣੇ, ਕੀਰਤਨ ਸੁਣੇ। ਸੰਗਤ ਜ਼ਰੂਰ ਕਰਨੀ, ਸੰਗਤ ਤੋਂ ਬਿਨਾਂ ਗੱਲ ਨਹੀਂ ਬਣਦੀ। ਗੁਰੂ ਖਾਲਸਾ ਜੀ ਗੁਰੂ ਕੀ ਸੰਗਤ ਜ਼ਰੂਰ ਕਰੇ। ਮਹਾਰਾਜ ਜੀ ਕਹਿੰਦੇ ਮਨ ਨੀਵਾਂ ਕਰਕੇ ਫਿਰ ਗੁਰੂ ਕੀ ਸੰਗਤ ਵਿੱਚ ਆਵੇ। ਹੰਕਾਰ ਤੇ ਹੈਂਕੜ ਨਾਲ ਭਰ ਕੇ ਨਾ ਆਵੇ ਸੰਗਤ ਵਿੱਚ। ਮਨ ਨੂੰ ਵਿਨਿਮਰਤਾ ਸਹਿਤ, ਹਲੀਮੀ ਸਹਿਤ, ਨਿਰਮਾਣਤਾ ਸਹਿਤ ਕਰਕੇ ਸੰਗਤ ਵਿੱਚ ਆਵੇ। ਗੁਰ ਕੋ ਸ਼ਬਦ ਸੁਨੋ ਹਿਤ ਲਾਏ। ਔਰ ਸੰਗਤ ਵਿੱਚ ਆ ਕੇ ਜੋ ਗੁਰੂ ਦਾ ਸ਼ਬਦ ਹੈ ਉਹਨੂੰ ਸੁਣੋ। ਨਿਤਨੇਮ ਘਰ 'ਚ ਬਹਿ ਕੇ ਕਰੋ, ਸ਼ਬਦ ਅਭਿਆਸ ਕਰੋ। ਜਦੋਂ ਸੰਗਤ ਵਿੱਚ ਆਉਣਾ, ਸੰਗਤ ਵਿੱਚ ਜੇ ਕਥਾ ਹੋ ਰਹੀ ਆ ਤਾਂ ਕਥਾ ਸੁਣੋ, ਜੇ ਕੀਰਤਨ ਹੋ ਰਿਹਾ ਤਾਂ ਕੀਰਤਨ ਸੁਣੋ, ਜੇ ਗੁਰਬਾਣੀ ਦਾ ਪਾਠ ਹੋ ਰਿਹਾ ਤਾਂ ਗੁਰਬਾਣੀ ਦਾ ਪਾਠ ਸੁਣੋ। ਜੇ ਕਰਨਾ ਹੈ ਤੇ ਕਰਨ ਵਾਸਤੇ ਆਪਣੇ ਆਸਣ ਤੇ ਬਹਿ ਕੇ ਕਰੋ। ਇੱਥੇ ਤਾਂ ਅਕਸਰ ਕਈ ਵਾਰੀ ਬੇਨਤੀ ਕਰੀਦੀ ਹੈ ਸੰਗਤ ਵਿੱਚ ਕਿ ਜਦੋਂ ਗੁਰੂ ਦਰਬਾਰ 'ਚ ਬੈਠੇ ਹੋ, ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਜਾਂ ਗੁਰਬਾਣੀ ਦਾ ਨਿਤਨੇਮ ਹੋ ਰਿਹਾ, ਰਹਿਰਾਸ ਸਾਹਿਬ ਜੀ ਦਾ ਪਾਠ ਹੋ ਰਿਹਾ ਜਾਂ ਸਵੇਰੇ ਨਿਤਨੇਮ ਦਾ ਜਾਪ ਹੁੰਦਾ ਹੈ, ਤਾਂ ਉਸ ਵੇਲੇ ਕੇਵਲ ਬਹਿ ਕੇ ਸੁਣੋ। ਆਪ ਪੋਥੀ ਲੈ ਕੇ ਨਾਲ ਜਦੋਂ ਪੜ੍ਹਨ ਲੱਗ ਪੈਂਦੇ ਹੋ, ਉਧਰ ਕੀਰਤਨ ਹੋ ਰਿਹਾ ਹੁੰਦਾ, ਉਧਰ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਹੋਈਏ। ਸੁਰਤ ਬਿਰਤ ਨਾ ਕੀਰਤਨ ਵਿੱਚ ਹੈ ਤੇ ਨਾ ਉਧਰ ਜਪਜੀ ਸਾਹਿਬ ਵਿੱਚ ਟਿਕਦੀ। ਮਨ ਤਾਂ ਪਹਿਲਾਂ ਹੀ ਇੰਨਾ ਚੰਚਲ ਹੈ, ਫਿਰ ਅਸੀਂ ਦੋ ਪਾਸੇ ਧਿਆਨ ਕਿਵੇਂ ਲਾ ਸਕਦੇ ਹਾਂ। ਉਹ ਦੋ ਘਰਾਂ ਦਾ ਪ੍ਰਾਹੁਣਾ ਫਿਰ ਕਈ ਵਾਰੀ ਭੁੱਖਾ ਰਹਿ ਜਾਂਦਾ ਹੈ। ਇੱਕੋ ਪਿੰਡ 'ਚ ਕਿਸੇ ਦੀ ਭੂਆ ਵੀ ਵਿਆਹੀ ਸੀ, ਮਾਸੀ ਵੀ ਵਿਆਹੀ ਸੀ। ਪਹਿਲਾਂ ਮਾਸੀ ਕੋਲ ਚਲਾ ਗਿਆ, ਉਹਨੇ ਸੋਚਿਆ ਵੀ ਭੂਆ ਦੇ ਘਰੋਂ ਖਾ ਆਇਆ ਹੋਣਾ ਪ੍ਰਸ਼ਾਦਾ। ਉਹਨੇ ਵੀ ਚਾਹ ਪਿਆ ਕੇ ਕਾਲੀ ਤੇ ਤੋਰ ਦਿੱਤਾ ਵੀ ਜਾ। ਮਾਸੀ ਦੇ ਘਰੋਂ ਚੱਲ ਕੇ ਭੂਆ ਦੇ ਆਇਆ, ਪਤਾ ਲੱਗਾ ਵੀ ਮਾਸੀ ਦੇ ਘਰੋਂ ਆਇਆ ਤੇ ਭੂਆ ਨੇ ਵੀ ਰੋਟੀ ਪੁੱਛੀ।
ਉਹ ਕਹਿੰਦੀ ਮਾਸੀ ਦੇ ਘਰੋਂ ਖਾਇਆ ਹੋਣਾ, ਉਹਨੇ ਵੀ ਚਾਹ ਲਿਆਂਦੀ ਤੇ ਪਿਆ ਕੇ ਟੋਰ ਦਿੱਤਾ। 2 ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਜਦੋਂ ਤੁਸੀਂ ਨਿਤਨੇਮ ਦੀ ਪੋਥੀ ਲੈ ਕੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ ਤੇ ਆਪਣਾ ਵੱਖਰਾ ਨਿਤਨੇਮ ਕਰੋਗੇ, ਨਾ ਉਧਰੋਂ ਆਨੰਦ ਤੇ ਨਾ ਇਧਰੋਂ ਆਨੰਦ। ਫਿਰ ਖਾਲਸਾ ਜੀ ਇੱਥੇ ਪਾਤਸ਼ਾਹ ਬਚਨ ਮਰਿਆਦਾ ਦੱਸ ਰਹੇ ਨੇ। ਹਰ ਇੱਕ ਕੰਮ ਦੀ ਮਰਿਆਦਾ ਹੁੰਦੀ ਹੈ, ਬੇਮਰਿਆਦਾ ਕੰਮ ਨਹੀਂ ਹੋਣਾ ਚਾਹੀਏ। ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲੇ ਸ਼ਬਦ ਅਭਿਆਸ ਕਰਨ ਤੋਂ ਬਾਅਦ ਮਨ ਨੀਵਾਂ ਕਰਕੇ ਸੰਗਤ ਵਿੱਚ ਆਉਣਾ ਹੈ। ਫਿਰ ਸੰਗਤ ਵਿੱਚ ਆ ਕੇ ਸ਼ਬਦ ਸੁਣਨ ਦੀ ਗੱਲ ਇੱਥੇ ਆਈ ਹੈ। ਗੁਰ ਕੋ ਸ਼ਬਦ ਸੁਨੋ ਹਿਤ ਲਾਏ। ਜੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ ਤਾਂ ਗੁਰੂ ਕੇ ਸ਼ਬਦ ਨੂੰ ਹਿਤ ਲਾ ਕੇ ਪ੍ਰੇਮ ਸਹਿਤ ਸਰਵਣ ਕਰੋ। ਜਾਨੋ ਵਾਹਿਗੁਰੂ ਕੋ ਸੁਆਮੀ। ਔਰ ਵਾਹਿਗੁਰੂ ਨੂੰ ਆਪਣਾ ਸੁਆਮੀ ਜਾਣਨਾ, ਵੀ ਉਹ ਪਰਮੇਸ਼ਰ ਸਾਡਾ ਸੁਆਮੀ ਹੈ, ਅਕਾਲ ਪੁਰਖ ਸਾਡਾ ਸੁਆਮੀ ਹੈ। ਪਰਮੇਸ਼ਰ ਨੂੰ ਆਪਣਾ ਸੁਆਮੀ ਜਾਣ ਕੇ ਆਪਣੇ ਆਪ ਨੂੰ ਉਹਦਾ ਦਾਸ ਜਾਣਨਾ। ਉਹ ਸਾਡਾ ਸੁਆਮੀ ਹੈ, ਅਸੀਂ ਉਹਦੇ ਦਾਸ ਹਾਂ, ਉਹਦੇ ਸੇਵਕ ਹਾਂ। ਤੇ ਸੇਵਕ ਭਾਵ ਆਪਣੇ ਹਿਰਦੇ 'ਚ ਰੱਖ ਕੇ ਪਰਮੇਸ਼ਰ ਨੂੰ ਆਪਣਾ ਸੁਆਮੀ ਜਾਣਨਾ। ਦਾਸੇ ਆਪ ਨੂੰ ਲਖੋ ਸਖਾਮੀ। ਔਰ ਆਪਣੇ ਆਪ ਨੂੰ ਦਾਸ ਜਾਣਨਾ ਤੇ ਇਹ ਦਾਸ ਜਾਣਨਾ ਕਿ ਹੇ ਪ੍ਰਭੂ ਮੈਂ ਔਗਣਿਆਰਾ, ਖਾਮੀਆਂ ਨਾਲ ਭਰਿਆ ਹੋਇਆ ਤੇਰਾ ਦਾਸ ਹਾਂ, ਤੂੰ ਮੇਰਾ ਸੁਆਮੀ ਹੈ। ਮੈਂ ਤੇਰਾ ਦਾਸ ਹਾਂ। ਔਰ ਦਾਸ ਵਿੱਚ ਵੀ ਔਗਣ ਨੇ, ਖਾਮੀਆਂ ਨੇ, ਅਨੇਕ ਪ੍ਰਕਾਰ ਦੀਆਂ ਕਮੀਆਂ ਨੇ, ਊਣ ਤਾਈਆਂ ਨਾਲ ਸਾਡਾ ਹਿਰਦਾ ਭਰਿਆ ਹੈ। ਮਹਾਰਾਜ ਤੂੰ ਗੁਣਾਂ ਦਾ ਸਮੁੰਦਰ ਹੈ ਤੇ ਮੈਂ ਔਗਣਾਂ ਦਾ ਭਰਿਆ ਸਮੁੰਦਰ ਹਾਂ। ਤੂੰ ਗੁਣਾਂ ਦਾ ਅਥਾਹ ਸਮੁੰਦਰ ਹੈ ਤੇ ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਹੇ ਪ੍ਰਭੂ ਤੂੰ ਸੁਆਮੀ ਹੈ। ਇਹੋ ਆਪਣੇ ਮਨ ਦੀ ਬਿਰਤੀ ਰੱਖੇ। ਗੁਰਬਾਣੀ ਕੋ ਮਨਨ ਸੋ ਕਰਨਾ। ਫਿਰ ਗੁਰਬਾਣੀ ਦਾ ਮਨਨ ਕਰਨਾ। ਗੁਰਬਾਣੀ ਜਿੱਥੇ ਪੜ੍ਹਨੀ ਹੈ, ਗੁਰਬਾਣੀ ਨੂੰ ਸੁਣਨਾ, ਉੱਥੇ ਗੁਰਬਾਣੀ ਦਾ ਮਨਨ ਕਰਨਾ। ਗੁਰਬਾਣੀ ਜੋ ਕਹਿੰਦੀ ਹੈ ਉਹ ਸਾਡੇ ਲਈ ਅੰਤਮ ਫੈਸਲਾ ਹੈ। ਗੁਰਬਾਣੀ ਤੋਂ ਬਾਹਰ ਜਾ ਕੇ ਜੇ ਕੋਈ ਗੱਲ ਕਰਦਾ ਹੈ, ਉਹ ਜਿੰਨੀ ਮਰਜ਼ੀ ਉਹਦੀ ਕਈ ਗੱਲ ਸਾਰਥਕ ਹੋਵੇ, ਪਰ ਸਾਡੇ ਵਾਸਤੇ ਗੁਰੂ ਕੀ ਬਾਣੀ ਦਾ ਬਚਨ ਹੀ ਅੰਤਲਾ ਫੈਸਲਾ ਹੈ। ਬਾਕੀ ਦੁਨੀਆ ਦੇ ਜਿੰਨੇ ਵੀ ਬਚਨ ਨੇ, ਬੋਲ ਨੇ, ਉਹ ਸਭ ਗੁਰੂ ਕੀ ਬਾਣੀ ਤੋਂ ਥੱਲੇ ਹਨ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਇਹ ਨਿਸ਼ਚਾ ਹੋਣਾ ਚਾਹੀਦਾ। ਮੇਰੇ ਸਤਿਗੁਰਾਂ ਦੀ ਬਾਣੀ ਤੋਂ ਬਿਨਾ ਬਾਕੀ ਸਭ ਕੱਚ ਪੇਚੀ ਹੈ। ਗੁਰੂ ਕੀ ਬਾਣੀ ਦੇ ਤੁਲ ਗੁਰੂ ਕੇ ਸਿੱਖ ਨੇ ਕਿਸੇ ਹੋਰ ਚੀਜ਼ ਨੂੰ ਨਹੀਂ ਜਾਣਨਾ। ਜੋ ਗੁਰਬਾਣੀ ਵਿੱਚ ਸਾਹਿਬ ਨੇ ਕਿਹਾ ਉਹਦਾ ਮਨਨ ਕਰਨਾ, ਉਹਨੂੰ ਹਿਰਦੇ ਕਰਕੇ ਮਨਨ ਕਰਨਾ ਵੀ ਗੁਰਬਾਣੀ ਜੋ ਕਹਿ ਰਹੀ ਹੈ ਉਹ ਸੱਤ ਹੈ। ਗੁਰਬਾਣੀ ਵਿੱਚ ਜੋ ਜੋ ਬਚਨ ਕਹੇ ਨੇ ਗੁਰੂ ਕੇ ਸਿੱਖ ਨੇ, ਜਿਹਨੂੰ ਆਪਾਂ ਕਹਿੰਦੇ ਨਾ ਅੰਨੀ ਸ਼ਰਧਾ, ਅੰਨੀ ਸ਼ਰਧਾ ਧਾਰਨ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਜਿਹੜੇ ਕਹੇ ਬਚਨ ਨੇ ਉਹ ਮੰਨ ਲੈਣੇ ਹਨ। ਉੱਥੇ ਕੋਈ ਹੀਲ ਹੁਜਤ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਸੰਦੇਹ ਨਹੀਂ। ਪਿੱਛੇ ਜੀ ਕੋਈ ਕਹਿਣ ਲੱਗਾ, ਵੇਖੋ ਜੀ ਅੱਜ ਕੱਲ ਸਾਇੰਸ ਦੀ ਤਰੱਕੀ ਹੋ ਗਈ ਹੈ ਤੇ ਪਹਿਲਾਂ ਬਚਨ ਆਇਆ ਕਬੀਰ ਜੀ ਦਾ, ਮਹਾਰਾਜ ਜੀ ਦਾ, ਗੁਰਬਾਣੀ ਚ ਰਾਗ ਗੋਂਡ ਵਿੱਚ ਬਚਨ ਆਉਂਦਾ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਕਹਿੰਦੇ ਬੰਦਾ ਮਰਦਾ, ਬੰਦੇ ਦੇ ਕੰਮ ਨਹੀਂ ਆਉਂਦਾ। ਜਾਨਵਰ ਮਰਦਾ ਤੇ ਜਾਨਵਰ ਦੇ ਮਰਨ ਨਾਲ ਉਹ 10 ਕੰਮ ਸਵਾਰਦਾ। ਉਹਦੀ ਖੱਲ ਵੀ ਕੰਮ ਆਉਂਦੀ ਹੈ, ਉਹਦਾ ਮਾਸ ਵੀ ਕੰਮ ਆਉਂਦਾ ਹੈ, ਉਹਦੀਆਂ ਹੱਡੀਆਂ ਤੱਕ ਵੀ ਕੰਮ ਆਉਂਦੀਆਂ। ਪਰ ਜਦੋਂ ਬੰਦਾ ਮਰਦਾ ਤੇ ਉਹ ਬੰਦੇ ਦੇ ਕੰਮ ਨਹੀਂ ਆਉਂਦਾ। ਕਹਿੰਦੇ ਜੀ ਅੱਜ ਕੱਲ ਤਾਂ ਬੰਦੇ ਦੀਆਂ ਕਿਡਨੀਆਂ ਕੰਮ ਆਉਣ ਲੱਗ ਪਈਆਂ, ਮਰ ਜੇ ਉਹਦਾ ਦਿਲ ਕੰਮ ਆਉਣ ਲੱਗ ਪੈਂਦਾ। ਜੀ ਵੇਖੋ ਗੁਰਬਾਣੀ ਵਿੱਚ ਕੀ ਫੇਰੇ ਬਚਨ ਹੁਣ ਅੱਜ ਦੇ ਬਚਨ ਮੁਤਾਬਕ ਸਹੀ ਨਹੀਂ ਉਤਰਦਾ। ਇਹ ਕਿੰਤੂ ਪਰੰਤੂ ਪਿੱਛੇ ਜੀ ਬੜਾ ਚੱਲਿਆ ਸੀ, ਔਰ ਇਹਦਾ ਅਰਥ ਉਹਨਾਂ ਨੇ ਤਬਦੀਲ ਕਰਕੇ ਆਪਣੀ ਮਰਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਨਰੂ ਦੇ ਵਿੱਚ ਨਰ ਮਰ ਜਾਏ ਤੇ ਫਿਰ ਉਹ ਪਸ਼ੂ, ਉਹ ਨਰ ਦੇ ਕੰਮ ਨਹੀਂ ਆਉਂਦਾ, ਏਦਾਂ ਅਰਥ ਕਰਨ ਲੱਗ ਪਏ। ਪਸ਼ੂ ਵਿੱਚੋਂ ਪਸ਼ੂ ਬਿਰਤੀ ਮਰ ਜਾਏ ਮਨੁੱਖ ਵਿੱਚੋਂ ਤੇ ਉਹ 10 ਕੰਮ ਸਵਾਰਨ ਲੱਗ ਪੈਂਦਾ। ਅਰਥ ਹੀ ਬਦਲ ਦਿੱਤੇ। ਵੇਖੋ ਇਹੋ ਜਿਹਾ ਸਮਾਂ ਪਰਮੇਸ਼ਰ ਦੀ ਖੇਡ ਕਲਯੁਗ ਦੀ ਇਹ ਵਰਤ ਰਹੀ ਹੈ ਸੰਸਾਰ 'ਚ। ਗੁਰੂ ਖਾਲਸਾ ਜੀ ਜਿੰਨੇ ਨਰ ਮਰਦੇ ਨੇ ਕਿ ਸਾਰਿਆਂ ਦੀਆਂ ਕਿਡਨੀਆਂ ਦਿਲ ਕੰਮ ਆਉਂਦੇ ਆ?
ਰੋਜ਼ ਲੱਖਾਂ ਲੋਕ ਮਰਦੇ ਐ, ਉਹਨਾਂ ਲੱਖਾਂ ਵਿੱਚੋਂ ਕਿੰਨੇ ਕੁ ਚੁਣਿੰਦਾ ਬੰਦੇ ਹੋਣਗੇ ਜਿਨ੍ਹਾਂ ਦੇ ਸਰੀਰਾਂ ਦੇ ਕੋਈ ਅੰਗ ਕਿਸੇ ਦੂਜਿਆਂ ਨੂੰ ਕੰਮ ਆਉਂਦੇ ਨੇ? ਸਭ ਦੇ ਤਾਂ ਨਹੀਂ ਆ ਰਹੇ। ਜਦੋਂ ਉਦਾਹਰਣ ਦਿੱਤੀ ਜਾਂਦੀ ਹੈ ਉਦੋਂ ਉਦਾਹਰਣ ਵਿੱਚ ਕਿਹਾ ਜਾਂਦਾ ਵੀ ਆਹ ਬੰਦੇ ਭਾਈ ਵੇਖੋ ਜੀ ਆਹ ਕੀ ਹੋ ਰਿਹਾ ਸਮਾਜ। ਜਦੋਂ ਆਪਾਂ ਕਹਿੰਦੇ ਜੀ ਆਹ ਪਿੰਡ ਤਾਂ ਚੋਰਾਂ ਦਾ, ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਉਹ ਸਾਰਾ ਪਿੰਡ ਚੋਰਾਂ ਦਾ ਹੁੰਦਾ, ਉੱਥੇ ਸਾਧ ਵੀ ਰਹਿੰਦੇ ਐ। ਚੋਰਾਂ ਦਾ ਤਾਂ ਕਹਿ ਦਿੱਤਾ ਵੀ ਉੱਥੇ 8 10 50 ਬੰਦੇ ਵੱਧ ਗਿਣਤੀ ਦੇ ਹੋਣਗੇ ਤਾਂ ਕਹਿ ਦਿੱਤਾ ਵੀ ਇਹ ਪਿੰਡ ਚੋਰਾਂ ਦਾ, ਪਰ ਇਹਦਾ ਮਤਲਬ ਨਹੀਂ ਵੀ ਸਾਰਾ ਹੀ ਚੋਰਾਂ ਦਾ। ਜਦੋਂ ਉਦਾਹਰਣ ਦਿੱਤੀ ਜਾਂਦੀ ਹੈ, ਉਦਾਹਰਣ ਉਹ ਦਿੱਤੀ ਜਾਂਦੀ ਹੈ ਜਿਹੜੀ ਬਹੁ ਪੱਖੀ ਹੋਵੇ, ਵੀ ਯਾਨੀ ਕਿ ਜਿਹੜੀ ਬਹੁਤੀ ਘਟਦੀ ਹੋਵੇ, ਜਿਹੜੀ ਬਹੁਤੀ ਘਟਦੀ ਹੋਵੇ। ਯਾਨੀ ਕਿ ਜੇ ਮੰਨ ਲਓ ਲੱਖ ਬੰਦਾ ਰੋਜ਼ ਮਰਦਾ ਹੈ, ਲੱਖ ਵਿੱਚੋਂ ਤੁਸੀਂ 100 ਬੰਦੇ ਦੇ ਅੰਗ ਕੰਮ ਵਿੱਚ ਲੈ ਆਉਂਦੇ ਹੋਵੋਗੇ, ਬਾਕੀ ਜਿਹੜੇ ਲੋਕ ਨੇ ਕੀ ਉਹ ਸਾਰੇ ਕੰਮ ਆ ਰਹੇ ਨੇ? ਨਹੀਂ ਆਉਂਦੇ ਨਾ। ਗੁਰਬਾਣੀ ਤਰਈ ਕਾਲ ਸੱਤ ਹੈ। ਅੱਜ ਤੋਂ 500 ਸਾਲ ਪਹਿਲਾਂ ਜੇ ਕਬੀਰ ਜੀ ਇਹ ਬਚਨ ਕਰ ਰਹੇ ਨੇ, ਅੱਜ ਵੀ ਉਹਨੇ ਸੱਤ ਨੇ, ਤੇ ਅੱਜ ਤੋਂ 5000 ਸਾਲ ਬਾਅਦ ਵੀ ਉਨੇ ਹੀ ਸੱਤ ਰਹਿਣਗੇ ਜੁਗਾ ਜੁਗਾਂ ਤੱਕ। ਇਸ ਕਰਕੇ ਭਾਈ ਅੱਜ ਕੱਲ ਬਹੁਤ ਵਰਤਾਰਾ ਵਰਤ ਰਿਹਾ ਸਾਡੇ ਲਈ ਗੁਰੂ ਕੀ ਬਾਣੀ, ਪਰ ਗੁਰੂ ਕੇ ਸਿੱਖ ਦਾ ਤਾਂ ਨਿਸ਼ਚਾ, ਇਹ ਤਾਂ ਮੈਂ ਵੈਸੇ ਦਲੀਲ ਦੇ ਕੇ ਉਦਾਹਰਣ ਦੇ ਕੇ ਪ੍ਰਮਾਣ ਦਿੱਤਾ ਨਾ। ਗੁਰੂ ਸਾਹਿਬ ਜੀ ਦੇ ਉੱਤੇ ਇੰਨਾ ਨਿਸ਼ਚਾ ਹੋਵੇ ਗੁਰੂ ਕੇ ਸਿੱਖ ਦਾ ਵੀ ਜੋ ਮੇਰੇ ਸਾਹਿਬ ਨੇ ਕਹਿ ਦਿੱਤਾ ਹੈ ਸਾਡੇ ਲਈ ਸੱਤ ਹੈ। ਸਾਨੂੰ ਨਹੀਂ ਪਤਾ ਵੀ ਬੰਦਿਆਂ ਦੇ ਅੰਗ ਕੰਮ ਆਉਂਦੇ ਨੇ ਕਿ ਨਹੀਂ ਬੰਦਿਆਂ ਦੇ, ਅਸੀਂ ਨਹੀਂ ਜਾਣਦੇ। ਦੂਜੀ ਤੀਜੀ ਬਿਰਤੀ ਸਾਨੂੰ ਨਹੀਂ ਹੈ, ਸਵਾਲ ਹੀ ਨਾ ਹੋਵੇ ਗੁਰੂ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਨਹੀਂ। ਅਥਾਹ ਸ਼ਰਧਾ ਇਹਨੂੰ ਕਹਿੰਦੇ ਗੁਰਬਾਣੀ ਦੇ ਉੱਤੇ, ਗੁਰਬਾਣੀ ਨੂੰ ਮਨਨ ਕਰਨਾ। ਜੋ ਸਾਹਿਬ ਨੇ ਕਹਿ ਦਿੱਤਾ ਸਾਡੇ ਲਈ ਸੱਤ ਹੈ। ਕਹਿੰਦੇ ਜੀ ਧਰਮ ਰਾਜਾ ਨਹੀਂ ਹੁੰਦਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਆ ਧਰਮ ਰਾਜਾ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਨਹੀਂ ਹੁੰਦਾ, ਪਰ ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਤੇ ਅਸੀਂ ਕਹਿੰਦੇ ਆ ਹੈ। ਇਹ ਕਹਿੰਦੇ ਦੇਵੀ ਦੇਵਤੇ ਨਹੀਂ ਹੁੰਦੇ, ਸਤਿਗੁਰੂ ਜੀ ਕਹਿੰਦੇ ਉਹ ਦੇਵੀ ਦੇਵਤੇ ਗਾ ਰਹੇ ਨੇ ਪਰਮੇਸ਼ਰ ਨੂੰ, ਗਾਵਨ ਤੁਧਨੋ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਨਹੀਂ ਹੁੰਦੇ ਹੋਣਗੇ ਤੁਹਾਡੀ ਦ੍ਰਿਸ਼ਟੀ 'ਚ, ਪਰ ਜੇ ਸਾਹਿਬ ਦੀ ਬਾਣੀ ਕਹਿ ਰਹੀ ਹੈ ਤੇ ਅਸੀਂ ਮੰਨਦੇ ਹਾਂ ਵੀ ਹੈਣ। ਇੰਨਾ ਫਰਕ ਵੀ ਸਾਡੀ ਉੱਥੇ ਤੱਕ ਪਹੁੰਚ ਨਹੀਂ, ਗਮਤਾ ਨਹੀਂ, ਅਸੀਂ ਨਹੀਂ ਵੇਖੇ ਦਾ ਮਤਲਬ ਇਹ ਨਹੀਂ ਹੈ ਨਹੀਂ। ਜੇ ਬਾਣੀ ਸਤਿਗੁਰੂ ਦੀ, ਕਿਉਂਕਿ ਸਤਿਗੁਰੂ ਜੀ ਉਹ ਕਹਿ ਰਹੇ ਨੇ ਜੋ ਵੇਖ ਰਹੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਮੈਂ ਕਹਿੰਦਾ ਹੀ ਉਹ ਹਾਂ ਜੋ ਮੈਂ ਵੇਖ ਰਿਹਾ, ਜੋ ਮੈਂ ਵੇਖਦਾ ਨਹੀਂ ਉਹ ਮੈਂ ਕਹਿੰਦਾ ਵੀ ਨਹੀਂ, ਜੋ ਵੇਖਦਾ ਉਹ ਕਹਿ ਰਿਹਾ। ਤੇ ਸਤਿਗੁਰਾਂ ਨੇ ਸਭ ਕੁਝ ਵੇਖਿਆ ਤੇ ਕਹਿ ਰਹੇ ਨੇ। ਗੁਰੂ ਕੇ ਸਿੱਖ ਦਾ ਨਿਸ਼ਚਾ ਹੋਣਾ ਚਾਹੀਦਾ ਅਟੁੱਟ ਕਿ ਜੋ ਸਾਹਿਬ ਨੇ ਕਹਿ ਦਿੱਤਾ ਸੱਤ ਹੈ, ਇਤੀ ਹੈ, ਇਸ ਤੋਂ ਪਰੇ ਹੋਰ ਕੋਈ ਸੱਚ ਅਸੀਂ ਨਹੀਂ ਮੰਨਦੇ। ਇਹਨੂੰ ਕਹਿੰਦੇ ਗੁਰਬਾਣੀ ਕੋ ਮਨਨ ਸੋ ਕਰਨਾ, ਗੁਰਬਾਣੀ ਦਾ ਹਿਰਦੇ 'ਚ ਮਨਨ ਕਰਨਾ। ਗੁਰਬਾਣੀ 'ਚ ਜੋ ਪਾਤਸ਼ਾਹ ਨੇ ਹੁਕਮ ਕੀਤਾ ਸਾਡੇ ਪ੍ਰਤੀ, ਅੰਮ੍ਰਿਤ ਵੇਲੇ ਉੱਠਣ ਦਾ, ਭਲੇ ਕਰਮ ਕਰਨ ਦਾ, ਨਿਤਨੇਮ ਕਰਨ ਦਾ, ਬਾਣੀ ਪੜਨ ਦਾ, ਸਾਨੂੰ ਨਹੀਂ ਪਤਾ ਵੀ ਇਹਦਾ ਕੀ ਫਲ ਮਿਲਦਾ, ਇਹ ਵੀ ਸਮਝਣਾ। ਸਾਨੂੰ ਨਹੀਂ ਪਤਾ ਵੀ ਇਹਦਾ ਕੀ ਫਲ ਹੈ, ਗੁਰੂ ਸਾਹਿਬ ਨੇ ਕਿਹਾ ਅਸੀਂ ਕਰਨਾ, ਬਸ ਇਹ ਹੈ ਨਿਸ਼ਚਾ, ਪਰਪੱਕ ਨਿਸ਼ਚਾ। ਜੇ ਗੁਰੂ ਨੇ ਕਹਿ ਦਿੱਤਾ ਵੀ ਜਾ ਖੂਹ 'ਚ ਛਾਲ ਮਾਰ ਦੇ, ਤਾਂ ਸਿੱਖ ਦਾ ਕਰਤੱਵ ਨਹੀਂ ਹੈ ਵੀ ਉਹ ਪੁੱਛੇ ਮਹਾਰਾਜ ਜੀ ਖੂਹ 'ਚ ਛਾਲ ਕਿਉਂ ਮਾਰਾਂ। ਉਹਨੇ ਆਖਿਆ ਜੇ ਗੁਰੂ ਨੇ ਕਿਹਾ ਉੱਥੇ ਵੀ ਕੋਈ ਭਲਾ ਹੋਣਾ ਹੈ, ਚੱਲ ਭਾਈ। ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਾਸ ਇੱਕ ਮੁਸਲਮਾਨ ਫਕੀਰ ਆਇਆ, ਉਹਦਾ ਨਾਮ ਸੀ ਜਾਨੀ। 6ਵੇਂ ਪਾਤਸ਼ਾਹ ਨੂੰ ਆ ਕੇ ਦਰਬਾਰ ਦੇ ਸਾਹਮਣੇ ਬਹਿ ਕੇ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ 6ਵੇਂ ਪਾਤਸ਼ਾਹ ਕਹਿੰਦੇ ਰੋਜ਼ ਬੋਲੀ ਜਾਂਦਾ ਉੱਚਾ, ਇਹਦੇ ਸਾਹਮਣੇ ਪਰਦਾ ਕਰ ਦਿਓ ਵੀ ਸਾਨੂੰ ਵੇਖੇ ਹੀ ਨਾ। ਤੇ ਪਰਦੇ ਦੇ ਪਾਰਲੇ ਪਾਸਿਓਂ ਕਹੇ ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ। ਪਾਤਸ਼ਾਹ ਨੇ ਕੁਝ ਦਿਨ ਸੁਣਦੇ ਰਹੇ। ਕੁਝ ਦਿਨ ਜਦੋਂ ਬੀਤ ਗਏ ਤੇ ਉਹ ਕਹੀ ਜਾਇਆ ਕਰੇ ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਗੁਰੂ ਹਰਗੋਬਿੰਦਪੁਰੇ ਸਨ 6ਵੇਂ ਪਾਤਸ਼ਾਹ, ਲਾਗੇ ਦਰਿਆ ਵਗਦਾ ਉੱਥੇ ਬਿਆਸ। ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਵੀ ਇਹਨੂੰ ਕਹੋ ਜੇ ਜਾਨੀ ਨੂੰ ਮਿਲਣਾ ਜਾ ਦਰਿਆ 'ਚ ਛਾਲ ਮਾਰ ਦੇ। ਜਾਨੀ ਨੂੰ ਜਾ ਕੇ ਸਿੱਖਾਂ ਆਖਿਆ ਵੀ 6ਵੇਂ ਪਾਤਸ਼ਾਹ ਕਹਿੰਦੇ ਜੇ ਜਾਨੀ ਨੂੰ ਮਿਲਣਾ ਤੇ ਦਰਿਆ 'ਚ ਛਾਲ ਮਾਰ ਦੇ। ਜਿਉਂ ਦੌੜਿਆ ਭੱਜਿਆ, ਪਿੱਛੋਂ ਸਿੱਖਾਂ ਨੂੰ ਮਹਾਰਾਜ ਜੀ ਨੇ ਕਿਹਾ ਜੇ ਛਾਲ ਮਾਰਨ ਲੱਗੇ ਤੇ ਫੜ ਲਿਓ।
ਇਹ ਭੱਜਿਆ ਜਾਵੇ। ਜਦੋਂ ਦਰਿਆ ਦੇ ਕੰਢੇ ਪਹੁੰਚਿਆ, ਸਿੱਖ ਵੀ ਪਹੁੰਚ ਗਏ। ਛਾਲ ਮਾਰਨ ਲੱਗਾ ਤੇ ਸਿੱਖਾਂ ਫੜ ਲਿਆ। ਕਹਿਣ ਲੱਗਾ ਜੀ ਮਹਾਰਾਜ ਜੀ ਦਾ ਹੁਕਮ ਹੈ, ਮੈਨੂੰ ਜਾਨੀ ਮਿਲਣਾ ਇੱਥੇ। ਹੁਣ ਉਹਦੇ ਦਿਮਾਗ 'ਚ ਇਹ ਸਵਾਲ ਨਹੀਂ ਵੀ ਇੱਥੇ ਕਿਵੇਂ ਮਿਲੇਗਾ ਦਰਿਆ 'ਚ, ਮੈਂ ਤਾਂ ਮਰ ਜੂ ਇੱਥੇ ਡੁੱਬ ਕੇ। ਪਰ ਗੁਰੂ ਸਾਹਿਬ ਦਾ ਬਚਨ, ਉਹਨੇ ਨਹੀਂ ਹੀਲ ਹੁਜਤ ਕੀਤੀ ਵੀ ਨਹੀਂ ਮਾਰਨੀ ਛਾਲ, ਮਾਰਨ ਨੂੰ ਤਿਆਰ ਹੋ ਗਿਆ। ਸਿੱਖ ਫੜ ਕੇ ਲਿਆਏ। ਛੇਵੇਂ ਪਾਤਸ਼ਾਹ ਨੇ ਮਿਹਰਾਂ ਭਰਿਆ, ਸਿਰ ਤੇ ਹੱਥ ਧਰਿਆ। ਵਾਕਈ ਜਾਨੀ ਨੂੰ ਉਸ ਜਾਨੀ ਵਿੱਚ ਅਭੇਦ ਕਰ ਦਿੱਤਾ। ਪੰਜਾਂ ਸਿੱਖਾਂ ਨੇ ਇਹ ਨਹੀਂ ਸੀ ਪੁੱਛਿਆ ਗੁਰੂ ਕਲਗੀਧਰ ਨੂੰ, ਮਹਾਰਾਜ ਸਿਰਾਂ ਦਾ ਕੀ ਕਰਨਾ ਤੁਸੀਂ? ਜੇ ਮੰਗੇ ਨੇ ਤਾਂ ਸਿੱਖ ਦਾ ਕੋਈ ਕਰਤੱਵ ਨਹੀਂ। ਨਾ ਭਾਈ ਦਇਆ ਸਿੰਘ ਨੇ ਆਖਿਆ, ਨਾ ਭਾਈ ਧਰਮ ਸਿੰਘ ਨੇ ਆਖਿਆ ਮਹਾਰਾਜ ਜੀ ਵੀ ਇਹ ਸਿਰ ਕੀ ਕਰਨੇ ਆ ਤੁਸੀਂ? ਉਹਨਾਂ ਆਖਿਆ ਮੰਗੇ ਨੇ ਗੁਰੂ ਸਾਹਿਬ ਦੇ ਨੇ, ਲੈ ਲਓ ਭਾਈ, ਮਹਾਰਾਜ ਜੀ ਆਪ ਜੀ ਦੇ ਹਨ। ਕੋਈ ਹੀਲ ਹੁਜਤ ਨਹੀਂ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦਾ ਹੁਕਮ ਸਿੱਖ ਨੇ ਆਪਣੇ ਸਿਰ ਮੱਥੇ ਕਬੂਲ ਕਰਕੇ ਮੰਨਣਾ ਹੈ। ਉਹਨੂੰ ਸਵਾਮੀ ਜੋ ਜਾਣਦਾ, ਨੌਕਰ ਦਾ ਕੀ ਕੰਮ ਮਾਲਕ ਨੂੰ ਨਾ ਕਰੇ। ਉਹ ਦਿਨ 'ਚ 10 ਵੇਰੀ ਪਾਣੀ ਮੰਗਾਵੇ, 20 ਵੇਰੀ ਮੰਗਾਵੇ, ਨੌਕਰ ਦਾ ਕੰਮ ਹੈ ਵੀ ਓਨੀ ਵੇਰੀ ਹਾਜ਼ਰ ਕਰੀ ਜੇ ਮਾਲਕ ਦਾ ਹੁਕਮ ਮੰਨੇ। ਪਰਮੇਸ਼ਰ ਸਾਡਾ ਮਾਲਕ ਹੈ, ਸਵਾਮੀ ਹੈ। ਸਤਿਗੁਰੂ ਜੀ ਸਾਡੇ ਸਵਾਮੀ ਨੇ, ਪਿੱਛੇ ਕਹਿ ਆਏ ਨੇ ਕਿ ਵਾਹਿਗੁਰੂ ਨੂੰ ਆਪਣਾ ਸਵਾਮੀ ਜਾਣ ਕੇ ਆਪਣੇ ਆਪ ਨੂੰ ਦਾ ਦਾਸ ਜਾਣਨਾ, ਔਰ ਜੋ ਗੁਰਬਾਣੀ 'ਚ ਕਿਹਾ ਉਹਨੂੰ ਮੰਨਣਾ ਹੈ। ਜੀ ਚਾਹਤੋ ਭਵ ਤੇ ਤਰਨਾ। ਪਾਤਸ਼ਾਹ ਕਹਿੰਦੇ ਜੇ ਤੁਸੀਂ ਤਰਨਾ ਚਾਹੁੰਦੇ ਹੋ ਨਾ ਇਸ ਭਵ ਸਾਗਰ ਤੋਂ, ਇਹ ਸੰਸਾਰ ਤੋਂ ਤਰਨਾ ਚਾਹੁੰਦੇ ਹੋ, ਤਾਂ ਫਿਰ ਆਹ ਕੁਝ ਕਰੋ ਜੋ ਦੱਸਿਆ ਹੈ। ਦੋਹਰਾ ਸਿੱਖੀ ਸਿੱਖ ਸਤਿਗੁਰੂ ਤੇ ਤੈਸੀ ਕੀ ਨੀਕਾਰ। ਸਤਿਗੁਰਾਂ ਦੇ ਦਿੱਤੀ ਹੋਈ ਸਿੱਖਿਆ ਨੂੰ ਭਾਈ ਜੋਧ ਤੇ ਭਾਈ ਫਿਰਨਾ ਖਹਿਰੇ ਨੇ ਸਤ ਬਚਨ ਕਹਿ ਕੇ ਮੰਨਿਆ, ਔਰ ਪਾਤਸ਼ਾਹ ਦੀ ਦੱਸੀ ਸਿੱਖੀ ਮੁਤਾਬਕ ਚੱਲਦੇ, ਅੰਮ੍ਰਿਤ ਵੇਲੇ ਉੱਠਦੇ, ਸ਼ਬਦ ਦਾ ਅਭਿਆਸ ਕਰਦੇ, ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਦੇ ਹਨ। ਜਨਮ ਮਰਨ ਛੁਟ ਕਸ਼ਟ ਤੇ ਤਿਨ ਕੋ ਪਇਓ ਉਧਾਰ। ਜਨਮ ਔਰ ਮਰਨ ਦੇ ਕਸ਼ਟ ਤੋਂ ਛੁੱਟ ਕੇ ਦੋਵੇਂ ਹੀ ਮੁਕਤ ਹੋ ਗਏ, ਦੋਨਾਂ ਦਾ ਹੀ ਉਧਾਰ ਹੋ ਗਿਆ। ਜੋ ਪਈ ਇਸ ਪ੍ਰਕਾਰ ਸੋ ਨਰਨ ਅਨੇਕੰ। ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਨਰਾਂ ਦਾ ਉਧਾਰ ਕੀਤਾ। ਕਰ ਉਪਦੇਸ਼ ਦਿਓ ਸੋ ਬਬੇਕੰ। ਔਰ ਉਪਦੇਸ਼ ਦੇ ਕੇ ਸ਼ੁਭ ਵਿਵੇਕ ਦੀ ਦਾਤ ਬਖਸ਼ਿਸ਼ ਕੀਤੀ। ਗ੍ਰੰਥ ਬੜਨ ਤੇ ਬਰਨੇ ਨਾਈ। ਮਾਂ ਕਵੀ ਜੀ ਕਹਿੰਦੇ ਮੈਂ ਵਿਸਥਾਰ ਨਹੀਂ ਕੀਤਾ, ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਿੱਖ ਆਏ, ਪਰ ਸੰਖੇਪ ਰੂਪ ਦੇ ਵਿੱਚ ਕਥਾ ਜਿਹੜੀ ਹੈ ਉਹ ਮੈਂ ਵਰਣਨ ਕਰਕੇ ਸੁਣਾਈ ਹੈ। ਮਤ ਅਨੁਸਾਰ ਕਚੁਕ ਹੈ ਮੈਂ ਪ੍ਰਾਈ। ਭਾਈ ਸਾਹਿਬ ਕਹਿੰਦੇ ਜਿੰਨੀ ਕੁ ਮਤ ਮੈਨੂੰ ਮੇਰੇ ਮਾਲਕ ਨੇ ਦਿੱਤੀ, ਜੈਸੀ ਮਤ ਦੇ ਤੈਸਾ ਪ੍ਰਕਾਸ਼। ਜਿੰਨੀ ਕੁ ਮਤ ਦਿੱਤੀ ਓਨੀ ਕੁ ਦਿੱਤੀ ਹੋਈ ਮਤ ਦੇ ਨਾਲ ਇਹ ਬਚਨ ਕਹਿ ਦਿੱਤੇ, ਕਥਾ ਸੁਣਾ ਦਿੱਤੀ। ਦੋਹਰਾ ਨਮੋ ਸਾਰਦਾ ਕੋ ਸਦਾ ਸੁਮਤ ਹਿਰਦੇ ਪ੍ਰਕਾਸ਼। ਖਾਲਸਾ ਜੀ ਜਿਹੜੀ ਅਸੀਂ ਇਹ ਬਾਣੀ ਬੋਲਦੇ ਆਂ, ਇਸ ਬਾਣੀ ਨੂੰ ਚੇਤਨਾ ਦੇਣ ਵਾਲਾ ਕੌਣ ਹੈ? ਉਹਨੂੰ ਕਹਿੰਦੇ ਨੇ ਗੋਬਿੰਦ। ਗੋ ਨਾਮ ਹੁੰਦਾ ਬਾਣੀ ਦਾ, ਬਿੰਦ ਨਾਮ ਹੁੰਦਾ ਜਿਹੜਾ ਉਸ ਬਾਣੀ ਨੂੰ ਚੇਤਨਾ ਦੇਵੇ। ਉਸ ਬਾਣੀ ਨੂੰ ਜਿਹੜੀ ਚੇਤਨਾ ਦੇਣ ਵਾਲੀ ਸ਼ਕਤੀ ਹੈ ਉਹ ਹੈ ਪਰਮੇਸ਼ਰ ਦੀ ਸ਼ਕਤੀ। ਪਰਮਾਤਮਾ ਦੀ ਉਸ ਸ਼ਕਤੀ ਦਾ ਮੰਗਲ ਮਹਾਕਵੀ ਜੀ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਕਥਾ ਲਿਖਣੀ ਹੈ। ਉਹਨਾਂ ਦੀ ਬਾਣੀ ਵਿੱਚ ਪਰਮਾਤਮਾ ਦੀ ਸ਼ਕਤੀ ਦੀ ਕਲਾ ਵਰਤੇਗੀ ਤਦੇ ਹੀ ਲਿਖੀ ਜਾਣੀ ਹੈ ਨਾ। ਇਸ ਕਰਕੇ ਪਰਮਾਤਮਾ ਦੀ ਉਸ ਬਾਣੀ ਦੀ ਸ਼ਕਤੀ ਨੂੰ ਉਹ ਆਰਾਧ ਰਹੇ ਨੇ। ਉਹਨੂੰ ਕਹਿੰਦੇ ਹੈ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਜੀਓ, ਤੁਹਾਡੀ ਜੋ ਬਾਣੀ ਨੂੰ ਸ਼ਕਤੀ ਦੇਣ ਵਾਲੀ ਚੇਤਨਾ ਹੈ ਉਹ ਮੇਰੇ ਹਿਰਦੇ ਵਿੱਚ ਸਦਾ ਹੀ ਸੁਮਤ ਦਾ ਪ੍ਰਕਾਸ਼ ਕਰੇ, ਉਹਨੂੰ ਮੇਰੀ ਨਮਸਕਾਰ ਹੈ। ਕਿਰਪਾ ਤਾਰ ਪੂਰਨ ਕਰੋ ਸ਼੍ਰੀ ਗੁਰ ਕੋ ਇਤਿਹਾਸ। ਇਹ ਪ੍ਰਭੂ ਦੀ ਸੱਤਾ ਸਫੁਰਤੀ ਵਾਲੀ ਬਾਣੀ
ਤੇਰੇ ਚਰਨਾਂ 'ਚ ਮੇਰੀ ਬੇਨਤੀ ਹੈ, ਮੇਰੇ ਤੇ ਕਿਰਪਾ ਕਰ ਕਿ ਮੈਂ ਗੁਰੂ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਸੰਪੂਰਨ ਕਰ ਸਕਾਂ, ਮੇਰੇ ਕੋਲੋਂ ਇਹ ਕਥਾ ਪੂਰਨ ਹੋ ਜਾਵੇ, ਕਿਉਂਕਿ ਕਿਤੇ ਐਸਾ ਨਾ ਹੋਵੇ ਕੋਈ ਵਿਘਨ ਆਵੇ ਤੇ ਕਾਰਜ ਵਿੱਚ ਰਹਿ ਜਾਏ। ਉਸ ਵਿਘਨ ਦੀ ਨਿਰਵਿਰਤੀ ਲਈ ਅਰਦਾਸ ਕਰਦੇ ਹਨ ਕਿ ਮੇਰੇ ਪਾਸੋਂ ਇਹ ਕਾਰਜ ਹੋ ਆਵੇ, ਗੁਰੂ ਸਾਹਿਬ ਜੀ ਦਾ ਇਤਿਹਾਸ ਪੂਰਨ ਰੂਪ ਵਿੱਚ ਲਿਖਿਆ ਜਾਵੇ। ਹੇ ਅਕਾਲ ਪੁਰਖ ਪਰਮੇਸ਼ਰ ਜੀਓ, ਮੇਰੇ ਤੇ ਕਿਰਪਾ ਕਰਕੇ ਦਇਆ ਕਰਕੇ ਮੇਰੇ ਪਾਸੋਂ ਇਹ ਸੇਵਾ ਲੈ ਲਵੋ। ਮਹਾਕਵੀ ਜੀ ਇਹ ਕਥਾ ਅੱਗੇ ਆਰੰਭ ਕਰ ਰਹੇ ਨੇ। 44ਵਾਂ ਅਧਿਆਏ ਹੈ ਜੋ ਪ੍ਰਾਰੰਭ ਹੋ ਰਿਹਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ। ਗੁਰੂ ਕਾ ਇਤਿਹਾਸ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਕੀ ਆਪੇ ਰਾਖੈ, अपने सेवक की आपे राखै, अपने सेवक की आपे राखै, ਆਪਣੇ ਸੇਵਕ ਕੀ ਆਪੇ ਰਾਖੈ, ਆਪਣੇ ਸੇਵਕ ਕੀ ਆਪੇ ਰਾਖੈ, अपने सेवक की आपे राखै, अपने सेवक की आपे राखै, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, आपे नाम जपावै, आपे नाम जपावै, ਆਪੇ ਨਾਮ ਜਪਾਵੈ, ਆਪੇ ਨਾਮ ਜਪਾਵੈ, आपे नाम जपावै, आपे नाम जपावै, ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ। हे अच्युत हे पार ब्रह्म, अविनाशी अगनास, हे पूरन हे सर्वमय, पंजन गुणतास, हे संगी हे निरंकार, हे निर्गुण सव टेक, हे गोविंद हे गुण निधान, के सदा बबेक, हे अपरंपर हर हरे, है पियो अणहार, हे संतः कै सदा संग, धारा आधार, हे ठाकुर हो दासरो, मैं निर्गुण गुण नहीं कोई, नानक दीज नाम दान, कोई है परोए, आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तेरे पार, जो शरदा कर से बंधे, गुर पार उतार निहार, वाहिगुरु नाम जहाज है, चढ़े सो तेरे पार, जो शरदा कर से बंधे, गुर पार उतार निहार। वाहिगुरु जी का खालसा, वाहिगुरु जी की फतेह।